ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਤਾ ਪੁਰਖ ਨਿਰਭਉ ਨਿਰਵੈਰੁ ਕਾਲ ਆਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਵਾਹਿਗੁਰੂ ਨਾਨਕ ਪਦ ਪੰਕਜ ਕੰਦਨ ਕਰੋ ਅੰਗਦ ਲੋਕ ਨਿਕੰਦਨ ਅਮਰਦਾਸਪੁਰ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਅਰਜਨ ਵਿਗਨਨ ਕੇ ਨਾਸਕ ਸ੍ਰੀ ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਹਰਿ ਕ੍ਰਿਸ਼ਨ ਮਨਾਏ ਗੋਰੀ। ਤੇਗ ਬਹਾਦਰ ਪਰਮ ਕਿਰਪਾਲਾ ਗੋਬਿੰਦ ਸਿੰਘ ਵਿਸਾਲਾ ਜਮ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਆਦ ਗੁਰ ਏ ਨਮ ਹੈ ਜੁਗਾਦ ਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ। ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਘੁਮੰਡ ਚੰਦ ਵੀਰ ਕਟੋਚੀ ਰਹੀ ਹੌਂਸ ਰਣ ਕੇਰੀ ਭੀਮ ਚੰਦ ਔਰ ਧੀਰਜ ਧਾਰ ਕਰ ਉੱਠੇ ਸਰਬ ਤੇ ਸਵੇਰੀ। ਇੱਕ ਘੁਮੰਡ ਚੰਦ ਵੀਰ ਕਟੋਚੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਨਵਾਜ਼ ਸਤਿ ਪਾਵਨ ਸੰਤੂ ਨਿਰੰਕਾਰ ਅਕਾਲ ਪੁਰਖ ਦਸਾਂ ਸੁਪਾਚਾਰ ਜੋਤ ਬਟਲ ਹਾਜ਼ਰ ਹਾਜ਼ਰ ਗੁਰੂਆਂ ਦੇ ਗੁਰੂ ਆਦਿ ਗੁਰੂ ਸਾਹਿਬ ਸ੍ਰੀ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸਾਚੀ ਨਵਾਜੀ ਗੁਰੂ ਰੂਪ ਖਾਲਸਾ ਸਾਹਿਬ ਸੰਤਾਂ ਜੋਗ ਹੋ ਜਿਨ੍ਹਾਂ ਨੂੰ ਗੁਰੂ ਦੇ ਸਨਮੁਖ ਬੈਠਣ ਦਾ ਸਮਾਂ ਹੋਇਆ। ਤਹਿ ਸਤਿਗੁਰੂ ਤਹਿ ਸਤਸੰਗ ਬਣਾਈ ਸੱਚਖੰਡ ਚ ਵਾਸਾ ਦੇਣ ਵਾਲੀ ਰਹਿਰਾ ਸਾਹਿਬ ਦੀ ਪਵਿੱਤਰ ਬਾਣੀ ਦੇ ਪਾਠ ਬਜ਼ੁਰਗਾਂ ਨੇ ਬੇਅੰਤ ਪਾਠ ਚੌਕੀ ਸਾਹਿਬ ਦੇ ਕੀਤੇ ਨੇ। ਰਹਿਰਾ ਸਾਹਿਬ ਦੇ ਨਾਲ ਵੀ ਸੰਪੂਰਨ ਪਾਠ ਚੌਕੀ ਸਾਹਿਬ ਦਾ ਹੋਇਆ ਹੈ। ਜੋ ਬਾਣੀ ਬੇਨਤੀਆਂ ਦੇ ਰੂਪ ਵਿੱਚ ਹੈ, ਜਿਹੜੀ ਬਾਣੀ ਰੱਖਿਆ ਦੇ ਰੂਪ ਵਿੱਚ ਹੈ, ਅਰਦਾਸ ਦੇ ਰੂਪ ਵਿੱਚ ਹੈ, ਉਹ ਚੌਕੀ ਸਾਹਿਬ ਦੀ ਬਾਣੀ ਦੇ ਪਾਠ ਹੋਏ ਹਨ। ਅਰਦਾਸ ਸਾਰਿਆਂ ਵੱਲੋਂ ਹੋਈ ਹੈ। ਗੁਰੂ ਕੀ ਆਪ ਜੀ ਨੇ ਮੁੱਖ ਵਾਕ ਪਿਆਰੇ ਦੇ ਰਸਨਾ ਤੋਂ ਸਰਵਣ ਕੀਤਾ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਬੰਦਨਾ ਤੋਂ ਭਾਵ ਨਮਸਕਾਰ ਕਰੋ, ਹੱਥ ਜੋੜ ਕੇ ਕਰੋ, ਸੀਸ ਨਵਾ ਕੇ ਕਰੋ। ਡੰਡੌਤ ਬੰਦਨਾ ਡੰਡੇ ਵਰਤੇ ਲੰਬੇ ਪੈ ਕੇ ਕਰੋ। ਅਸ਼ਟਾਂਗ ਬੰਦਨ ਕਰੋ, 8 ਅੰਗ ਸਰੀਰ ਲਾ ਕੇ ਨਮਸਕਾਰ ਬੰਦਨ ਕਰੋ। ਦੋਨੋਂ ਪੈਰ ਦੋਨੋਂ ਗੋਡੇ ਅਰਕਾਂ ਦੋਨੋਂ ਹੱਥ ਨੀਚ ਝੁਕਾਓ। ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੰਦਨਾ ਕਿਹਨੂੰ ਕਰੋ ਜਿਹਨੂੰ ਆਪ ਕੋਈ ਬੰਧਨ ਨਹੀਂ। ਜਿਹੜਾ ਆਪ ਬੰਧਨਾਂ 'ਚ ਬੱਝਿਆ ਹੋਇਆ ਉਹਨੂੰ ਨਮਸਕਾਰ ਕਰਨ ਦਾ ਕੀ ਫਾਇਦਾ। ਜੋੜ ਬੰਦੋ ਆਪ ਸੋ ਤਰਾਈ ਕਿਨ ਕੇ ਤਾਰੰਦੜੋ ਤਾਰ ਨਾਨਕ ਕਿਰਤੇ ਰਸਿਆ। ਜਿਹੜਾ ਆਪ ਡੁੱਬਾ ਹੋਇਆ ਦੂਜੇ ਨੂੰ ਕਿਵੇਂ ਤਾਰ ਦਊ। ਦਾਦੂ ਦੁਨੀਆ ਬਾਵਰੀ ਪੂਜੇ ਮੜੀਆਂ ਊਤ ਜੋ ਆਪਨ ਔਂਤਰ ਗਏ 300 ਮਾਗ ਦੋ। ਜਦੋਂ ਆਪ ਸਾਰੀ ਉਮਰ ਪੁੱਤ ਨਹੀਂ ਮਿਲਿਆ, ਦੁੱਧ ਨਹੀਂ ਮਿਲਿਆ, ਉਹਦੇ ਪਾਸੋਂ ਦੁੱਧ ਪੁੱਗ ਮੰਗੀ ਜਾਓਗੇ ਤੇ ਮਿਲ ਜਾਊ। ਇਹ ਕੁਛ ਸਿਆਣਪ ਨਹੀਂ। ਜਿਹੜਾ ਆਪ ਬੰਧਨਾਂ 'ਚ ਬੱਝਾ ਹੋਇਆ ਫਸਿਆ ਹੋਇਆ ਹੈ, ਨਸ਼ਿਆਂ 'ਚ ਵਿਸ਼ਿਆਂ 'ਚ ਮੋਹ ਮਮਤਾ 'ਚ ਹੰਕਾਰ 'ਚ ਮਾਇਆ ਦਾ ਕੀੜਾ ਹੈ, ਉਹਨੂੰ ਨਮਸਕਾਰ ਕਰਨ ਦੀ ਕੀ ਲੋੜ, ਕੀ ਫਾਇਦਾ। ਬੰਧਨਾ ਉਹਨੂੰ ਕਰੋ ਜਿਹੜਾ ਦੂਜੇ ਦੇ ਬੰਧਨ ਹਰ ਸਕਦਾ ਹੈ, ਦੂਜੇ ਦੇ ਬੰਧਨ ਨਾਸ਼ ਕਰ ਸਕਦਾ ਹੈ, ਆਪ ਬੰਧਨਾਂ ਤੋਂ ਰਹਿਤ ਹੈ। ਉਹਨੂੰ ਨਮਸਕਾਰ ਕਰਨ ਦੀ ਲੋੜ ਹੈ। ਭਗਤੀ ਤੋਂ ਬੜਾ ਵੱਡਾ ਗਿਆਨ ਮਿਲਦਾ ਹੈ। ਜਣੇ ਖਣੇ ਅੱਗੇ ਆਪਣਾ ਸੀਸ ਨਹੀਂ ਰੱਖੀ ਜਾਣਾ ਹੈ। ਇਹ ਸਾਹਿਬ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਦੀ ਮਾਨਤ ਹੈ। ਸਦਾ ਯਾਦ ਰੱਖਣਾ ਤਨ ਮਨ ਤੇਰਾ ਧਨ ਵੀ ਤੇਰਾ ਤੂੰ ਠਾਕੁਰ ਸੁਆਮੀ ਪ੍ਰਭੂ ਜਿਹਦੇ ਅੱਗੇ ਸੀਸ ਹੀ ਰੱਖ ਦਿੱਤਾ ਪਿੱਛੇ ਰਹਿ ਕੀ ਗਿਆ।
याद रखियो सारे वीर माई भाई, ये साडा सीस साहिब गुरु ग्रंथ साहिब अकाल पुरख पंथ दी भाव ये मानत है। ਜਿਹੜੀ वस्तु एक ਥਾਂ अर्पण कर दियो थाई थाई की रखी उसे दी फिर रहन दई। इस प्रकार एवें न होवे कि अपनी प्रतीत आप ही खोवे, और उसका विश्वास न हो। ਜਿਹੜਾ ਸੀਸ ਗੁਰੂ ਚਰਨੀ ਝੁਕ ਚੁੱਕਿਆ, ਗੁਰੂ ਸਾਹਿਬਾਂ ਨੂੰ ਅਰਪ ਚੁੱਕੀ ਹੈ, ਇਹ ਹੋਰ ਕਿਤੇ ਨਹੀਂ ਝੁਕਣਾ ਚਾਹੀਦਾ, ਸਦਾ ਹੀ ਗੁਰੂ ਚਰਨਾਂ 'ਚ ਝੁਕਿਆ ਹੀ ਰਹਿਣਾ ਚਾਹੀਦਾ ਹੈ। ਧੰਨ ਹਨ ਗੁਰਮੁਖੋ, ਧੰਨ ਗੁਰੂ ਨਾਨਕ ਪਾਤਸ਼ਾਹ ਜੀ। ਮੱਕੇ 'ਚ ਗਏ ਤੇ ਮੱਕੇ ਵਾਲੇ ਸਿਰ ਮਜੌਰਾਂ ਨੂੰ ਸਿੱਧੇ ਰਸਤੇ ਪਾ ਲਿਆ। ਉਹ ਕਹਿੰਦੇ ਜੀ ਮਦੀਨੇ ਚੱਲੀਏ, ਉੱਥੋਂ ਕਾਫੀ ਦੂਰ ਹੈ, ਬਜ਼ੁਰਗ ਤੁਸੀਂ ਚੱਲੋ, ਅਸੀਂ ਆਪੇ ਆ ਜਾਵਾਂਗੇ। ਪ੍ਰਧਾਨਾ ਕਹਿੰਦਾ ਮਹਾਰਾਜ ਸਾਹਿਬ ਉਹ ਚਲੇ ਵੀ ਗਏ ਨੇ ਘੋੜਿਆਂ ਤੇ ਊਠਾਂ ਤੇ, ਅਸੀਂ ਕਦੋਂ ਜਾਣਾ ਹੈ? ਚੱਲ ਫਿਰ ਮੀਂਹ ਅੱਖੀਆਂ ਜੋ ਖੋਲੀਆਂ ਤੇ ਬੈਠੇ। ਉਹ ਜਿਹੜੇ ਤੁਰ ਕੇ ਗਏ ਸਨ ਘੋੜਿਆਂ ਊਠਾਂ ਆਦਿਕਾਂ ਤੇ 15 ਦਿਨ ਹੀ ਪਹੁੰਚੇ। ਜਾ ਕੇ ਵੇਖਿਆ ਤੇ ਮਹਾਰਾਜ ਸਾਹਿਬ ਕੋਲ ਬੈਠੇ ਨੇ। ਪੁੱਛਿਆ ਉੱਥੋਂ ਦੇ ਮਜੌਰਾਂ ਨੂੰ ਇਹ ਕਦੋਂ ਦੇ ਆਏ? ਕਹਿੰਦੇ ਜੀ ਇੰਨੇ ਦਿਨ ਹੋ ਗਏ। ਹੈਰਾਨ ਹੋ ਗਿਆ ਸੀ, ਉਦੋਂ ਤੁਰੇ ਸਾਂ ਹੀ ਉਦੋਂ ਦੇ ਇੱਥੇ ਹੈ। ਬੜੇ ਹੈਰਾਨ ਹੋਏ। ਤੇ ਜਦੋਂ ਅੱਗੇ ਹੋਏ ਤੇ ਉਸ ਮੌਕਾ ਮੁਹੰਮਦ ਸਾਹਿਬ ਦੀ ਕਬਰ ਕੁਝ ਕਦਮਾਂ ਆਪਣੇ ਥਾਂ ਨੂੰ ਛੱਡ ਕੇ ਅੱਗੇ ਹੋ ਕੇ ਗੁਰੂ ਚਰਨੀ ਝੁਕੀ, ਜੋ ਹੁਣ ਤੱਕ ਝੁਕੀ ਹੋਈ ਹੈ, ਅੱਗਿਓਂ ਟੁੱਟੀ ਹੋਈ ਹੈ। ਉਹ ਕਿਸੇ ਨੂੰ ਬਣਾਉਣ ਨਹੀਂ ਦਿੰਦੀ ਕਿ ਮੈਨੂੰ ਗੁਰੂ ਚਰਨਾਂ 'ਚ ਝੁਕੀ ਰਹਿਣ। ਇਸ ਪ੍ਰਕਾਰ ਗੁਰੂ ਪਿਆਰਿਓ ਗਿਆਨ ਮਾਨਾਂ ਨੂੰ ਇੰਨਾ ਪਤਾ ਹੈ ਕਿ ਸਾਨੂੰ ਪਤਾ ਕੋਈ ਨਹੀਂ। ਗੁਰਦੁਆਰੇ ਪਤਾ ਸੁਣਨ ਲਈ ਆਉਣੇ, ਪਤਾ ਕਰਨ ਲਈ ਆਉਣੇ, ਤੇ ਪਤਾ ਫਿਰ ਭੁਲਾਉਣਾ ਨਹੀਂ ਚਾਹੀਦਾ। ਤੇ ਜੇ ਕਬਰ ਮੁਹੰਮਦ ਸਾਹਿਬ ਦੀ ਕਹਿੰਦੀ ਮੈਂ ਸਦਾ ਲਈ ਝੁਕੀ ਰਹਿਣਾ ਹੈ, ਅਸੀਂ ਜਾਗਦੇ ਜਿਉਂਦੇ ਹਾਂ, ਸਦਾ ਲਈ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਝੁਕੇ ਰਹਿਣਾ ਹੈ, ਕਦੇ ਬੇਸ਼ੁਕਰੇ ਨਹੀਂ ਹੋਣਾ। ਗੁਰੂ ਕੀ ਮਾਨੁ ਸਾਡਾ ਸੀਸ ਹੈ, ਕਰੋ ਵਿਚਾਰ। ਆਪ ਜੀ ਇਤਿਹਾਸ ਦੀ ਕਥਾ ਸ਼ਾਮ ਦੇ ਦੀਵਾਨ ਵਿੱਚ ਰੋਜ਼ ਸਰਵਣ ਕਰਦੇ ਹੋ। ਬੜਾ ਭਾਰੀ ਜੰਗ ਯੁੱਧ ਹੋਇਆ, ਜਿਸ ਵਿੱਚ ਬਹੁਤ ਪਹਾੜੀਆਂ ਦਾ ਨੁਕਸਾਨ ਹੋਇਆ। ਕੁਝ ਗੁਰੂ ਕੇ ਸੂਰਬੀਰ ਯੋਧੇ ਵੀ ਸ਼ਹੀਦ ਹੋਏ, ਕੁਝ ਜ਼ਖਮੀ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਦ੍ਰਿਸ਼ਟੀ ਨਾਲ ਜ਼ਖਮੀਆਂ ਦੀ ਦਰਦ ਦੂਰ ਕਰ ਦਿੱਤੀ। ਸਾਲ ਪੱਤਰ ਦਾ ਬਹਾਨਾ ਬਣਾ ਕੇ ਤੇ ਰਾਤੋਂ ਰਾਤ ਜ਼ਖਮ ਵੀ ਠੀਕ ਕਰ ਦਿੱਤੇ। ਉਧਰ ਪਹਾੜੀਆਂ ਦੇ ਘਰਾਂ 'ਚ ਰੋਣਾ ਪਿਆ ਹੋਇਆ, ਸਿਰ ਖੋਹਦੇ ਨੇ, ਵਾਲ ਪੁੱਟਦੇ ਨੇ, ਕਿਸੇ ਦਾ ਸੰਬੰਧੀ ਮਰਿਆ, ਚਾਚਾ ਤਾਇਆ ਮਰਿਆ, ਕਿਸੇ ਦਾ ਭਤੀਜਾ ਭਰਾ ਮਰਿਆ, ਕਿਸੇ ਦਾ ਕੋਈ ਮਰਿਆ, ਤੇ ਰੋਣਾ ਕਲਾਉਣਾ ਪਿਆ ਹੋਇਆ। ਭਲਾ ਖਿਆਲ ਕਰੋ ਗੁਰੂ ਸਾਹਿਬ ਨੂੰ ਕੀ ਲੋੜ ਦੀ ਜੰਗ ਕਰਨੀ, ਕਿਉਂ ਲੜਾਈਆਂ ਕੀਤੀਆਂ? ਕੋਈ ਕਾਰਨ ਹਰ ਗੱਲ ਦਾ ਮੁੱਢ ਕੋਈ ਜ਼ਰੂਰ ਹੁੰਦਾ ਹੈ। ਪਿੱਛੇ ਵਿਚਾਰ ਆਈ ਹੋਵੇਗੀ ਜੋ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਾਮ ਦੇਸ ਨੂੰ ਗਏ ਨੇ, ਗੁਰੂ ਨਾਨਕ ਪਾਤਸ਼ਾਹ ਵੀ ਗਏ ਸਨ। ਉਦੋਂ ਰਾਜਿਆਂ ਦੀ ਸੁਲ੍ਹਾ ਕਰਾਈ ਵੀ ਜੰਗ ਨਾ ਹੋ, ਬੇਕਾਰ ਜਾਨਾ ਨਾ ਜਾਣ, ਸੁਲ੍ਹਾ ਕਰਵਾ ਦਿੱਤੀ। ਉਸ ਰਾਜੇ ਨੇ ਪੁੱਤਰ ਦੀ ਮੰਗ ਕੀਤੀ, ਘਰ ਪੁੱਤਰ ਦਾ ਵਰ ਦਿੱਤਾ। ਰਤਨ ਰਾਜ ਪੈਦਾ ਹੋਇਆ। ਸਿਆਣਾ ਹੋਣ ਤੋਂ ਗੁਰੂ ਕੀ ਨਿਸ਼ਾਨੀ ਮੋਹਰ ਦੀ ਮੱਥੇ ਤੇ ਵੇਖੀ। ਮਾਤਾ ਨੇ ਦੱਸਿਆ ਉਸਦੀ ਨੇ, ਗੁਰੂ ਤੇਗ ਬਹਾਦਰ ਦੀ ਕਿਰਪਾ ਨਾਲ ਤੂੰ ਪੁੱਤਰ ਪ੍ਰਗਟ ਹੋਇਆ ਹੈ। ਆਪਣੇ ਪਿਤਾ ਦੀ ਗੱਦੀ ਤੇ ਬੈਠਾ ਸੀ ਤੇ ਬਹੁਤ ਕੀਮਤੀ ਵਸਤੂਆਂ ਲੈ ਕੇ ਆਇਆ। ਸੋ ਕੁਝ ਗੁਰੂ ਕੇ ਸਿੱਖ ਲੈ ਕੇ ਆਏ ਸਨ ਉਹਨਾਂ ਸਮਿਆਂ ਦਾ। ਉਹਨਾਂ ਵਿੱਚ ਪ੍ਰਸ਼ਾਦੀ ਹਾਥੀ ਹੈ, ਬਹੁਤੇ ਵੱਡੇ ਕਾਰ ਦਾ ਨਹੀਂ। ਰੰਗ ਉਸਦਾ ਸਰੀਰ ਦਾ ਕਾਲਾ ਹੈ ਤੇ ਮੱਥੇ ਤੇ ਜਿਹੜਾ ਪ੍ਰਸ਼ਾਦਾ ਹੁੰਦਾ ਵੱਡਾ ਪਕਾਇਆ, ਆਮ ਬੀਬੀਆਂ ਪਕਾਇਆ ਕਰਦੇ ਸੀ ਪਿੱਛੇ, ਹੁਣ ਰਿਵਾਜ ਬਦਲ ਗਿਆ। ਨਿੱਕੇ ਨਿੱਕੇ ਪ੍ਰਸ਼ਾਦੇ ਜਿੰਨਾ ਚਿੱਟਾ ਚਟਾਕ ਕਾਲੇ ਰੰਗ ਸਰੀਰ ਦੇ ਮੱਥੇ ਆਦਿ, ਤੇ ਉਹਦੀ ਪ੍ਰਸ਼ਾਦੇ ਭਾਵ ਰੰਗ ਤੋਂ ਚਿੱਟੀ ਧਾਰੀ ਪੂਛ ਤੱਕ ਪਿੱਛੇ ਨੂੰ ਜਾਂਦੀ। ਉਹਦਾ ਨਾਂ ਹੀ ਪ੍ਰਸ਼ਾਦੀ ਹਾਥੀ ਇਸ ਗੱਲ ਤੋਂ ਪਿਆ ਸੀ। ਤੇ ਬੜੇ ਕੌਤਕ ਕਰਦਾ ਹੈ, ਇਹੋ ਜਿਹਾ ਇਸ਼ਾਰਾ ਕਰੋ ਉਹੀ ਕੰਮ ਕਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦਾ ਜੋੜਾ ਝਾੜ ਕੇ ਅੱਗੇ ਰੱਖਦਾ ਹੈ। ਸੋ ਗੰਗਾ ਸਾਗਰ ਲੈ ਕੇ ਚਰਨ ਘੁਮਾਉਂਦਾ ਹੈ। ਸੁੰਡ ਵਿੱਚ ਚੌਰ ਲੈ ਕੇ ਸਾਹਿਬਾਂ ਦੇ ਫੇਰਦਾ ਹੈ। ਤੀਰ ਚਲਾਉਂਦੇ ਤੇ ਚੁੱਕ ਚੁੱਕ ਲਿਆ ਕੇ ਦਿੰਦਾ ਹੈ। ਇਸ ਤਰ੍ਹਾਂ ਦੇ ਕੌਤਕ ਕਰਨ ਵਾਲਾ ਪ੍ਰਸ਼ਾਦੀ ਹਾਥੀ ਸੀ। ਇਸੇ ਪ੍ਰਕਾਰ ਚੰਦਨ ਦੀ ਚੌਂਕੀ, ਇਸ ਵਿੱਚੋਂ ਕਲਾ ਦਿਵਾਉਣ ਤੋਂ ਪੁਤਲੀਆਂ ਨਿਕਲਦੀਆਂ ਤੇ ਖੇਡਦੀਆਂ। ਕਟੋਰਾ ਚਾਂਦੀ ਦਾ, ਇਸ ਪ੍ਰਕਾਰ 5 ਕਲਾ ਸ਼ਸਤਰ ਕਲਾ ਦਿਵਾਉਣ ਤੋਂ ਦੇਖਣ ਨੂੰ ਇੱਕ ਛੋਟਾ ਪ੍ਰਤੀਤ ਹੁੰਦਾ ਹੈ, ਪਰ 5 ਰੂਪ ਆਪਣੇ ਧਾਰ ਲਈ। ਬਰਸ਼ੀ ਬਣ ਜਾਂਦਾ ਹੈ, ਬੰਦੂਕ ਬਣ ਜਾਂਦਾ ਹੈ, ਤਮਾਚਾ ਬਣ ਜਾਂਦਾ ਹੈ, ਹੋਰ ਕਈ ਕੁਛ ਬਣ ਜਾਂਦਾ ਹੈ, ਵੱਖਰੇ ਵੱਖਰੇ ਰੂਪ ਧਾਰਦਾ ਹੈ। ਇਸ ਪ੍ਰਕਾਰ ਇਹੋ ਜਿਹੀਆਂ ਸੁੰਦਰ ਵਸਤੂਆਂ ਜਦੋਂ ਵੇਖੀਆਂ
किन वेखियां भीम चंद ने, की लोड़ पैगी गुरु के ਸਿੰਘਾਂ ਵੱਲੋਂ बहुत कीमती चानड़ी ते तंबू ਬਣਿਆ ਹੋਇਆ ਹੈ। जिन्ना ਸਮਿਆਂ ਦਾ 2.5 ਲੱਖ ਰੁਪਈਆ ਉਹਨਾਂ ਸਮਿਆਂ ਦਾ ਲੱਗਾ, ਅੱਜ ਦਾ ਨਹੀਂ। ਧਿਆਨ ਮਾਰ ਕੇ ਵੇਖੋ ਤੇ ਰੁਪਈਏ ਦਾ ਕੀ ਕੁਛ ਆ ਜਾਂਦਾ ਸੀ। 1 ਰੁਪਈਏ ਦਾ ਛੋਟੇ ਹੁੰਦੇ ਸਾਂ ਬਜ਼ੁਰਗਾਂ ਗੱਲਾਂ ਕਰਿਆ ਕਰਨੀਆਂ, रूस प्रापे आ पंजाबे आऊ रुपये सिर विकाऊ, ना महंगा हो जू। ਹੁਣ ਵੇਖ ਲਓ 50-50 ਰੁਪਏ ਦੀ ਸੇਰ, ਕਿੰਨੀਆਂ ਗੱਲਾਂ ਵਸਤੂਆਂ ਦੁਨੀਆਂ ਦੀਆਂ ਵਿਕਦੀਆਂ ਨੇ। ਉਦੋਂ ਬੜੀ ਕੀਮਤ ਸੀ ਪੈਸੇ ਦੀ, ਪਰ ਜਿਸ ਤੰਬੂ ਤੇ ਚਾਨਣੀਆਂ ਤੇ 2.5 ਲੱਖ ਰੁਪਈਆ ਉਹਨਾਂ ਸਮਿਆਂ ਦਾ ਲੱਗਾ, ਉਹ ਕਿੰਨੀਆਂ ਕੁ ਸੁੰਦਰ ਤੇ ਕਿੰਨੀਆਂ ਹੋਣਗੀਆਂ। ਰੇਸ਼ਮ ਦੀਆਂ ਡੋਰੀਆਂ, ਪਸ਼ਮੀਨੇ ਤੇ ਬਣੇ ਹੋਏ, ਵੇਲ ਬੂਟੇ ਕੱਟੇ ਹੋਏ, ਜਾਨਵਰ ਆਦਿ ਹੋਰ ਆਕਾਰ ਬਣੇ ਹੋਏ, ਅਤੀ ਸੁੰਦਰ ਇਹੋ ਜਿਹਾ ਤੰਬੂ, ਇਹੋ ਜਿਹੀ ਚਾਨਣੀ, ਇਹੋ ਜਿਹੀਆਂ ਵਸਤੂਆਂ ਗੁਰੂ ਦਰਬਾਰ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸਰੀਰ ਕਰਕੇ ਆਜੂ ਛੋਟੀ ਹੈ, ਪੁੱਤਰ ਅਕਾਲ ਪੁਰਖ ਦੇ ਨੇ ਸ਼ਕਤੀ ਹੈ। ਉਸ ਮੌਕਾ ਨਗਾਰਾ ਮੜਾਇਆ ਤੇ ਉਹਦਾ ਨਾਂ ਰਣਜੀਤ ਰੱਖਿਆ, ਮੈਦਾਨ ਰਣ ਨੂੰ ਜਿੱਤਣ ਵਾਲਾ। ਜਦੋਂ ਉਹਦੇ ਤੇ 7 ਚੋਬਾਂ ਪਈਆਂ, ਉਹਦੀਆਂ ਗੂੰਜਾਂ 3-3 4-4 ਮੀਲ 4 ਸਵੇਰੇ ਪਹਾੜ ਗੂੰਜੇ। ਵਿਧੀ ਚੰਦ ਭਾਵ ਉਸ ਮੌਕਾ ਭੀਮ ਚੰਦ ਦੀ ਕੰਨੀ ਜਦੋਂ ਆਵਾਜ਼ ਪਈ, ਪੁੱਛਿਆ ਵੀ ਇਹ ਨਗਾਰਾ ਕਿੱਥੇ ਵੱਜਦਾ ਹੈ? ਦੱਸਿਆ ਇਹ ਦੂਣ ਤੋਂ ਵੱਜਦਾ ਹੈ, ਇਹ ਅਨੰਦਪੁਰ ਚ ਵੱਜਦਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ ਦੇ ਪੁੱਤਰ ਹਰਗੋਬਿੰਦ ਸਾਹਿਬ ਦੇ ਪੋਤਰੇ ਵਜਾਉਂਦੇ ਹਨ ਜਦੋਂ ਖੁਸ਼ੀ ਚ ਆਉਂਦੇ ਹਨ ਜਾਂ ਬਾਹਰ ਮਹੱਲਾ ਆਦਿ ਚੜ੍ਹਦੇ ਹਨ। ਉਹਨੇ ਵੇਖਣ ਆਉਣ ਦੀ ਇੱਛਾ ਪ੍ਰਗਟ ਕੀਤੀ ਤੇ ਜਦੋਂ ਆਇਆ ਤੇ ਗੁਰੂ ਕਾ ਦਰਬਾਰ ਵੇਖਿਆ, ਬੋਲ ਵਸਤੂਆਂ ਵੇਖੀਆਂ ਤੇ ਮੁਖ ਉਹਦਾ ਫਿਰ ਖੁੱਲਾ ਹੀ ਰਹਿ ਗਿਆ, ਅੱਖਾਂ ਚੱਡੀਆਂ ਰਹਿ ਗਈਆਂ। ਹੈਰਾਨ ਹੋ ਗਿਆ, ਇਹੋ ਜਿਹੀਆਂ ਕੀਮਤੀਆਂ ਵਸਤੂ ਸਾਡੇ ਰਾਜਿਆਂ ਦੇ ਦਰਬਾਰ ਵਿੱਚ ਕਦੇ ਨਹੀਂ ਵੇਖੀ ਜਾਈਆਂ। ਇਹ ਛੋਟੀ ਜਿਹੀ ਉਮਰ ਵਿੱਚ ਇੰਨਾ ਪ੍ਰਤਾਪ ਸਤਿਗੁਰੂ ਜਾਣੀ ਜਾਣ ਹਨ। ਵੇਖ ਕੇ ਲੁਭਾਇਮਾਨ ਹੋ ਗਿਆ, ਚਿੰਤਾ ਤੁਰ ਹੋ ਗਿਆ ਵੀ ਕਿਸੇ ਤਰ੍ਹਾਂ ਇਹ ਵਸਤੂਆਂ ਮੇਰੇ ਕੋਲ ਆ ਜਾਣ। ਇੱਥੋਂ ਜੰਗ ਯੁੱਧ ਦਾ ਮੁੱਢ ਵੱਜਾ ਹੈ ਕਿ ਲੋੜ ਸੀ ਗੁਰੂ ਸਾਹਿਬ ਨੂੰ ਜੰਗ ਕਰਨ ਦੀ। ਤੋਂ ਜਾ ਕੇ ਚਟਾਪਟੀ ਮਨ ਨੂੰ ਲੱਗੀ ਹੋਈ ਹੈ। ਵੀਰਾਂ ਨਾਲ ਸਲਾਹ ਕੀਤੀ ਕਿਸ ਤਰ੍ਹਾਂ ਲਿਆਈਏ। ਵਜ਼ੀਰ ਕਹਿੰਦੇ ਜੀ ਇਹ ਕਿਹੜੀ ਗੱਲ ਹੈ? ਉਹ ਤੇ ਅਜੇ ਕੱਲ ਦਾ ਬੱਚਾ ਹੈ ਤੇ ਤੁਹਾਡੇ ਬੱਚੇ ਜਮੇਰ ਦਾ ਸਗਨ ਆਉਣ ਵਾਲਾ ਹੈ, ਫਤਿਹ ਸਿੰਘ ਰਾਜੇ ਦੀ ਪੁੱਤਰੀ ਦਾ। ਅਸੀਂ ਬਹਾਨੇ ਨਾਲ ਮੰਗ ਕੇ ਲਿਆ ਦਿੰਦੇ ਹਾਂ ਤੇ ਤੁਸੀਂ ਮੇਰੇ ਤੇ ਕਬਜ਼ਾ ਕਰ ਲਿਓ, ਦਿਓ ਨਾ। ਇਹ ਕਿਹੜੀ ਗੱਲ? ਇਹ ਮਨ ਦੀ ਖੁਟਿਆਈ, ਇਹ ਉਹਨਾਂ ਦੇ ਮਨ ਦੀ ਸੋਚ। ਉਹ ਸਿਆਣੇ ਬਣ ਕੇ ਆਏ ਚੱਲ ਕੇ ਆ ਕੇ ਪਿਆਰ ਨਾਲ ਬੜੇ ਹੌਸਲੇ ਨਾਲ ਤੇ ਨਾਲੇ ਵਡਿਆ ਕੇ ਤੇ ਨਾਲੇ ਦਬਕੇ ਨਾਲ ਹਰ ਇੱਕ ਚੀਜ਼ ਮੰਗਣ ਲਈ ਕੋਈ ਦੇ ਜਾਂਦਾ, ਤੁਹਾਨੂੰ ਦੇਣੀ ਚਾਹੀਦੀ ਹੈ। ਸਾਡੇ ਰਾਜੇ ਜੂ ਹੋਏ ਨਾਲੇ ਪਿਆਰ ਵਧੂਗਾ। ਇਸ ਪ੍ਰਕਾਰ ਰਾਜਿਆਂ ਦਾ ਸਿਰ ਘਰ 'ਚ ਰਹਿੰਦੇ ਹੋਈਏ ਉਹ ਖੋਹ ਵੀ ਸਕਦੇ ਆ। ਇਸ ਆਰ ਕਈ ਗੱਲਾਂ ਉਤਲੀਆਂ ਹੇਠੀਆਂ। ਹਜ਼ੂਰ ਹੱਸਦੇ ਰਹੇ ਅੰਤਰਜਾਮੀ ਸਤਿਗੁਰੂ। ਪੁੱਤਰ ਮਿਲਿਆ ਵੀ ਸੰਗਤਾਂ ਦੀ ਪ੍ਰੇਮ ਭੇਟਾ ਹੈ, ਤੂੰ ਮੁੱਲ ਨਹੀਂ ਖਰੀਦੀਆਂ ਤੇ ਨਾ ਕਿਸੇ ਕੋਲ ਮੰਗ ਕੇ ਲਈਆਂ। ਇਹ ਗੁਰੂ ਘਰ ਦੀ ਵਸਤੂ ਗੁਰੂ ਘਰ 'ਚ ਹੀ ਰਹੂਗੀ, ਇਸ ਤਰ੍ਹਾਂ ਨਹੀਂ ਕਿਸੇ ਨੂੰ ਦਿੱਤੀ ਜਾ ਸਕਦੀ ਜਿਵੇਂ ਤੁਸੀਂ ਚਾਹੁੰਦੇ। ਦੁੱਖੇ ਹੋ ਕੇ ਵਾਪਸ ਚਲੇ ਗਏ। ਉਹ ਨਹੀਂ ਮੰਨਦਾ, ਬੜੇ ਦੁਖੀ ਹੋਈ। ਫਿਰ ਚਿੱਠੀ ਲਿਖੀ ਤੇ ਚਿੱਠੀ 'ਚ ਦਬਕਾ ਮਾਰਿਆ, ਇਹ ਵਸਤੂਆਂ ਲੈ ਕੇ ਹਾਜ਼ਰ ਹੋ ਤੇ ਆਣ ਕੇ ਸਾਡੇ ਪਾਸੋਂ ਮਾਫੀ ਮੰਗ, ਨਹੀਂ ਤੇ ਆਨੰਦਪੁਰ ਛੱਡਣਾ ਪਊ ਜਾਂ ਫਿਰ ਜੰਗ ਲਈ ਤਿਆਰ ਹੋ ਜਾ। ਇਹ ਚਿੱਠੀ 'ਚ ਲਿਖਿਆ ਸੀ ਭੀਮ ਚੰਦ ਨੇ। ਹਜ਼ੂਰ ਸੱਚੇ ਪਾਤਸ਼ਾਹ ਨੇ ਉੱਤਰ ਦਿੱਤਾ, ਜੋ ਤਵਾਰੀਖ ਵਾਲਾ ਗਿਆਨੀ ਗਿਆਨ ਸਿੰਘ ਲਿਖਦਾ, ਤੈ ਹੂੰ ਗਾਜ ਹਾਥੀ, ਤੈ ਹੂੰ ਗਾਜ ਨਹੀਂ ਮਾਫੀ, ਤੈ ਹੂੰ ਨਹੀਂ ਪੁਰ ਤਜ ਕਿਤੇ ਅੰਤ ਸਦੈ ਹੂੰ, ਜੰਗ ਨਿਸ਼ੰਗ ਤੁਮ ਸੰਗ ਲੈ ਹੂੰ, ਬਿਨਾ ਕਾਲ ਨਾ ਕੋਲ ਔਰ ਕੀ ਕਰੂੰ ਔਰ ਨਾ ਠੌਰ ਔਰ ਕੀ, ਸੋ ਜੰਗ ਤੁਮ ਸੰਗ ਨਸੰਗ ਹੈ ਹੂੰ, ਦੇਰ ਨਾ ਕਰੋ ਜੇ ਸ਼ਕਤ ਹੈ ਹੂੰ। ਸਾਨੂੰ ਅਕਾਲ ਪੁਰਖ ਤੋਂ ਬਿਨਾਂ ਕਿਸੇ ਦੀ ਓਟ ਨਹੀਂ, ਅਸੀਂ ਹੋਰ ਕਿਸੇ ਦੀ ਪ੍ਰਵਾਹ ਨਹੀਂ ਕਰਦੇ। ਤੇ ਜੇ ਤੇਰੇ ਵਿੱਚ ਸ਼ਕਤੀ ਹੈ ਜੰਗ ਕਰਨ ਦੀ ਤੇ ਫਿਰ ਤੂੰ ਦੇਰ ਨਾ ਕਰ, ਜਦੋਂ ਮਰਜ਼ੀ ਚੜ ਕੇ ਆ ਜਾ, ਤਿਆਰ ਬੈਠੇ ਐ। ਇਹੋ ਜਿਹਾ ਮੂੰਹ ਤੋੜਵਾਂ ਜਵਾਬ ਸੱਚੇ ਪਾਤਸ਼ਾਹ ਦਿੱਤਾ। ਦੱਸੋ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਕੀ ਕਸੂਰ? ਲਾਲਚ ਤੇ ਹੁਣ ਉਹਦਾ ਘਰ ਕਰ ਗਿਆ, ਸੋ ਲਾਲਚ ਛੋਡੋ ਅੰਧੇ ਹੋ, ਲਾਲਚ ਦੁੱਖ ਭਾਰੀ, ਦੋਬੀ ਕਾਵੇ ਸਾਹੋ ਨਾ ਕੀਤੇ ਜੇਕਾ ਪਾਰ ਵਸਾਏ। ਜਿੱਥੋਂ ਤੱਕ ਵੀ ਹੋ ਸਕੇ ਇਹ ਲਾਲ ਜੀਵ ਨੂੰ ਅੰਨਿਆਂ ਤੇ ਬੋਲਿਆਂ ਕਰ ਦਿੰਦਾ। ਇਸ ਗੱਲ ਤੋਂ ਜੰਗ ਸ਼ੁਰੂ ਹੋਈ।
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੇਦਨੀ ਪ੍ਰਕਾਸ਼ ਦੇ ਬੇਨਤੀ ਕਰਨ ਤੋਂ ਉਹਦੀ ਦੂਣ ਵਿੱਚ ਚਲੇ ਗਏ। ਪਾਉਂਟਾ ਸਾਹਿਬ ਆਇਆ, ਉਥੋਂ ਦੀ ਲੰਘਣਾ ਸੀ। ਇਹਨਾਂ ਬਰਾਤ ਲੈ ਕੇ ਫਤਿਹ ਸ਼ਾਹ ਦੇ ਜਾਣਾ ਸੀ। ਨਾਲ ਇਹ ਮਨ ਬਣਾ ਲਿਆ ਕਿ ਹੋਰ ਰਾਜੇ ਵੀ ਬਰਾਤ ਵਿੱਚ ਜਾਣੇ ਹੈ ਤੇ ਨਾਲ ਫੌਜਾਂ ਵੀ ਖੜਨੀਆਂ ਤੇ ਜਾਂਦੇ ਜਾਂਦੇ ਪਾਉਂਟਾ ਉਜਾੜ ਜਾਈਏ, ਰਹਿੰਦੇ ਸਾਰਿਆਂ ਨੂੰ ਮਾਰ ਜਾਈਏ, ਸਭ ਕੁਝ ਲੁੱਟ ਕੇ ਲੈ ਜਾਈਏ। ਇਹ ਨੀਤ ਬਣਾ ਲਈ। ਇਸ ਪ੍ਰਕਾਰ ਮਹਾਰਾਜ ਸਾਹਿਬ ਜਾਣੀ ਜਾਣ ਸੀ। ਪਹਿਲੋਂ ਮੋਰਚੇ ਲਾ ਕੇ ਸਿੰਘਾਂ ਨੂੰ ਰਸਤਾ ਢੱਕ ਦਿੱਤਾ। ਉਤਰਾ ਨਹੀਂ ਸੀ ਢੱਕਣ ਦੀ ਲੋੜ, ਪਰ ਉੱਪਰ ਦੀ ਵਲ ਕੇ ਬੱਚਾ ਟਾਈਮ ਨਾਲ ਪਹੁੰਚ ਨਹੀਂ ਸਕਦਾ। ਸਾਹਿਬਾਂ ਡੱਕਿਆ, ਪੁੱਛਿਆ, ਮਾਫੀ ਮੰਗੀ, ਲੰਘਣ ਦਿੱਤਾ। ਫਤਿਹ ਸ਼ਾਹ ਨੇ ਤੇ ਮੇਦਨੀ ਪ੍ਰਕਾਸ਼ ਦੀ ਮਹਾਰਾਜ ਸਾਹਿਬ ਨੇ ਸੁਲਾਹ ਕਰਵਾਈ ਸੀ ਕਿ ਉਹ ਪਹਿਲੋਂ ਲੜਦੇ ਸਨ। ਉਹਨਾਂ ਗੁਰੂ ਸਾਹਿਬਾਂ ਨੂੰ ਵੀ ਸੱਦਿਆ। 1.25 ਲੱਖ ਦਾ ਤੰਬੋਲ ਸਮਗਰੀ ਭੇਜੀ। ਸਿੱਖ ਲੈ ਕੇ ਗਏ। ਉੱਥੇ ਫੇਰ ਭੀਮ ਚੰਦ ਨੇ ਉਲਟੀ ਖੇਡ ਖੇਡੀ, ਇਹ ਖੱਟ ਲੁੱਟ ਲਓ, ਖੋਲੋ ਇਹਨਾਂ ਦੀ, ਇਹਨਾਂ ਨੂੰ ਮਾਰ ਦਿਓ। ਤੇ ਗੁਰੂ ਕਿਸੇ ਸਿਆਣੇ ਸਨ, ਆਪਣਾ ਸਮਾਨ ਵੀ ਸਾਂਭਿਆ। ਉਹਨਾਂ ਨਾਲ ਝਪਟ ਵੀ ਹੋਈ ਤੇ ਵਾਪਸ ਆ ਗਏ। ਪਹਿਲਾ ਜੰਗ ਉੱਥੇ ਹੋਇਆ। ਸੋ ਭਾਵ ਇਸ ਪ੍ਰਕਾਰ ਜੰਗ ਸ਼ੁਰੂ ਹੋ ਗਏ। ਕਿੰਨੇ ਜੰਗ ਮਹਾਰਾਜ ਸਾਹਿਬ ਨੇ 14 ਜੰਗ ਲੜੇ। ਇਸ ਪ੍ਰਕਾਰ ਜੰਗ ਦਾ ਕਾਰਨ ਕੀ ਸੀ? ਗੁਰੂ ਸਾਹਿਬ ਕਿਉਂ ਲੜੇ? ਇਹ ਖਿਆਲ ਦੇਣ ਦੀ ਲੋੜ ਹੈ। ਕੋਈ ਮੁੱਢ ਹੁੰਦਾ, ਕੋਈ ਕਾਰਨ ਹੁੰਦਾ ਹੈ। ਲਾਲਚ ਇਹਨਾਂ ਰਾਜਿਆਂ ਨੂੰ ਅੰਨ੍ਹਿਆਂ ਬੋਲਿਆਂ ਕਰੀ ਬੈਠਾ ਹੈ ਤੇ ਗੁਰੂ ਸਾਹਿਬਾਂ ਦੇ ਵਿੱਚ ਕੀ ਕਸੂਰ ਹੈ? ਚੜ ਕੇ ਆਏ ਨੂੰ ਉੱਤਰ ਦੇਣਾ ਇਹ ਤਾਂ ਬਹਾਦਰਾਂ ਦਾ ਕੰਮ ਹੈ, ਸੂਰਮਿਆਂ ਦਾ ਕੰਮ ਹੈ। ਇਸ ਪ੍ਰਕਾਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਤੋ ਜਦੋਂ ਇਹ ਫੌਜ ਚੜ ਕੇ ਆਈ ਤੇ ਘੇਰਾ ਪਿਆ ਤੇ ਹੋਰ ਰਾਜੇ ਦੇ ਨਾਲ ਜਿਹੜੇ ਭਾਵ ਲੱਗੇ ਹੋਏ ਸਨ, ਕਾਫੀ ਸਮਾਂ ਘੇਰਾ ਪਿਆ ਰਿਹਾ। ਫਿਰ ਜਿਹੜਾ ਮਾਰਿਆ ਗਿਆ ਕੇਸਰੀ ਚੰਦ ਸਵਾਲੀਆ, ਇਹਦੇ ਸੰਬੰਧ ਵਿੱਚ ਪਿੱਛੇ ਆ ਚੁੱਕਾ ਹੈ। ਬੜਾ ਸਕੀਮੀ ਸੀ, ਬੜਾ ਸੂਰਮਾ ਸੀ, ਬੜਾ ਨਿਸ਼ਾਨਕੀ ਸੀ। ਉਹਦੀ ਜੋ ਹਾਲਾਤ ਹੋਏ ਤੁਸੀਂ ਸੁਣ ਚੁੱਕੇ ਹੋ। ਕੱਲ ਦੇ ਦੀਵਾਨ 'ਚ ਬੜਾ ਸੋਗ ਕੀਤਾ। ਇਹਨਾਂ ਪਹਾੜੀਆਂ ਨੇ ਬੜੀ ਚਿੰਤਾ ਕੀਤੀ। ਧਨ ਵੀ ਗਿਆ, ਸੂਰਮੇ ਵੀ ਗਏ, ਘਰ ਘਰ ਮੌਤਾਂ ਵੀ ਹੋ ਗਈਆਂ, ਰੋਣਾ ਵੀ ਪੈ ਗਿਆ, ਹਾਰ ਵੀ ਹੋ ਗਈ। ਸੋ ਹੁਣ ਕਿੱਥੇ ਮੂੰਹ ਦੇਵਾਂਗੇ, ਕੀ ਕਰਾਂਗੇ? ਫਿਰ ਕਟੋਟੀਆ ਆਦਿਕ ਘਮੰਡ ਚੰਦ ਆਦਿਕ ਹੋਰ ਆਏ ਨੇ। ਉਹ ਆ ਕੇ ਜੋ ਫਲਾਉਣੀਆਂ ਦੇ ਰਹੇ ਨੇ, ਜੋ ਫੂਕ ਦੇ ਰਹੇ ਨੇ। ਇਸ ਪ੍ਰਕਾਰ ਇਹ ਫੇਰ ਅਗਲੇ ਦਿਨ ਦੇ ਜੰਗ ਦੀ ਰਮਤਾ ਹੋ ਰਹੀ ਹੈ। ਉਸ ਵਿੱਚ ਮੰਡੀ ਵਾਲਾ ਰਾਜਾ ਵੀ ਹੈ ਜੋ ਸੋਚ ਰਿਹਾ ਵੀ ਇਹਨਾਂ ਮੂਰਖਾਂ ਅੱਗੇ ਮਾਰ ਖਾਧੀ ਹੈ ਤੇ ਹੁਣ ਫੇਰ ਖਾਣੀ, ਤੇ ਜੇ ਮੈਂ ਇਹਨਾਂ ਨੂੰ ਸਮਝਾ ਬੈਠਾ ਤਾਂ ਉਲਟਾ ਮੇਰੇ ਪੇਸ਼ ਪੈ ਜਾਣਗੇ। ਤੋ ਪਿੱਛੇ ਭਾਲ ਲੱਗ ਕੇ ਮੈਨੂੰ ਤਮਾਸ਼ਾ ਵੇਖਣ ਹੀ ਦਿਓ ਮਨਾ। ਉਹ ਸੋਚ ਰਿਹਾ ਇਹ ਗੱਲਾਂ ਕੱਲ ਦੇ ਦੀਵਾਨ ਸੰਧ ਸੀ ਜਿੱਥੋਂ ਇਹ ਹਬਾਬ ਕਥਾ ਦੀ ਸਮਾਪਤੀ ਹੋਈ। ਇਸ ਪ੍ਰਕਾਰ ਨਾਲ ਇਹ ਵੀ ਸੋਚ ਰਿਹਾ ਵੀ ਗੁਰੂ ਨਾਨਕ ਪਾਤਸ਼ਾਹ ਅਕਾਲ ਪੁਰਖ ਦੀ ਜੋਤ ਸਾਰੇ ਬ੍ਰਹਿਮੰਡ ਦੇ ਵਿਚਰ ਕੇ ਜਿੱਤ ਦੀ ਪ੍ਰਾਪਤੀ ਕਰਨ ਵਾਲੀ। ਨਾਲੇ ਇਹ ਵੀ ਸੋਚ ਰਿਹਾ ਇਹਨਾਂ ਦੇ ਪਿਤਾ ਦੇ ਪਿਤਾ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਜਿਨ੍ਹਾਂ ਤੇ ਲੱਖ ਲੱਖ ਫੌਜ ਚੜ ਕੇ ਆਈ ਸੀ ਤੇ ਫਿਰ ਵੀ ਜਿੱਤੀ ਹੁੰਦੀ ਰਹੀ ਹੈ। ਇਹਨਾਂ ਪਹਿਲੇ ਜੰਗਾਂ ਜਿੱਤ ਕੀਤੀ ਹੈ, ਇਸ ਕਿਉਂ ਨਾ ਕਰਨਗੇ? ਨਾਲੇ ਅੱਗੇ ਜਿੱਤ ਹੋਈ ਹੈ ਤੇ ਇਹਨਾਂ ਦੇ ਸਿੱਖਾਂ ਵੱਲ ਗੁਰੂ ਸਾਹਿਬ ਆਪ ਨੇ ਸਾਹਮਣੇ ਆਏ। ਆਪਣੇ ਤਿੱਖੇ ਤੀਰ ਅਜੇ ਨਹੀਂ ਚਲਾਏ। ਜੇ ਉਹਨਾਂ ਚਲਾਤੇ ਤੇ ਫਿਰ ਇਹਨਾਂ ਦਾ ਕੀ ਬਣੂ? ਤੇ ਕੁਝ ਹੋਰ ਵੀ ਚਾਹੁੰਦੇ ਵੀ ਨਹੀਂ ਲੜਨਾ ਚਾਹੀਦਾ। ਫਿਰ 2-3 ਦੇ ਫੂਕ ਦੇਣ ਤੋਂ ਤਿਆਰੀ ਹੋ ਰਹੀ ਹੈ ਅਗਲੇ ਜੰਗ ਦੀ। ਐਸ ਭਾਵ ਜੰਗ ਵਿੱਚ ਤਾਂ ਸਮਾਨ ਜੀ ਕਿਉਂਕਿ ਰਹੂ ਸਮਾਂ ਕਿਉਂ, ਸਿੰਘਾਂ ਦੇ ਮਨ 'ਚ ਕੁਝ ਮਾਣ ਆ ਗਿਆ ਸੀ। ਅਸੀਂ ਜੰਗ ਮਾਰਿਆ ਸੀ, ਲੜਿਆ, ਜਿੱਤਿਆ। ਅਗਲੇ ਜੰਗ ਵਿੱਚ ਫੇਰ ਸਿੰਘਾਂ ਦੀ ਜਿੱਤ ਹੋਵੇਗੀ। ਜਿੱਥੇ ਕਿ ਜੇ ਆਪਾਂ ਪਹੁੰਚੇ ਤਾਂ ਅੱਗੇ ਵਿਚਾਰ ਮਿਲ ਜੁਲ ਕੇ ਕਰੀਏ। ਇਹ ਭਾਵ ਮੰਡੀ ਵਾਲਾ ਰਾਜਾ ਸੋਚ ਰਿਹਾ ਸੀ ਤੇ ਜੋ ਗੱਲਾਂ ਬਾਤਾਂ ਹੋ ਰਹੀਆਂ ਨੇ ਉਹ ਆਪਾਂ ਨੂੰ ਪ੍ਰਾਪਤੀ ਹੋ ਰਹੀ। ਕਵੀ ਸੰਤੋਖ ਸਿੰਘ ਜੀ ਗੁਰੂ ਬਖਸ਼ਿਸ਼ ਪਾ ਕੇ ਛੰਦਾਬੰਦੀ ਵਿੱਚ ਗੁਰੂ ਦਾ ਇਤਿਹਾਸ ਲਿਖ ਰਿਹਾ ਹੈ। ਆਓ ਵਿਚਾਰ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਘਮੰਡ ਚੰਦ ਵੀਰ ਕਟੋਚੀ ਰਹੀ ਹੌਂਸ ਰਣ ਕੇਰੇ। ਇਹਦੇ ਮਨ ਵਿੱਚ ਹੌਂਸ ਹੈ, ਇਹਦੇ ਮਨ ਵਿੱਚ ਕੁਝ ਤੌਖਲਾ ਹੈ। ਇਸ ਤਰ੍ਹਾਂ ਕਰਾਂਗੇ, ਆਓ ਕਰਾਂਗੇ। ਉਹ ਘਮੰਡ ਚੰਦ ਬੜਾ ਘਮੰਡ ਹੈ, ਬੜਾ ਮਾਣ ਹੈ ਇਸ ਨੂੰ। ਸੋ ਬੜਾ ਵੀਰ ਬਹਾਦਰ ਕਟੋਟੀਆ ਨਾਲ ਹੈ। ਇਸ ਪ੍ਰਕਾਰ ਹਵਸ ਮਨ 'ਚ ਰੱਖੀ ਹੋਈ ਹੈ। ਹੋਰ ਜੰਗ ਜਿੱਤਣ ਦੀ ਅਸੀਂ ਨਾ ਹੁੰਦੇ, ਐ ਕਰਨਾ ਸੀ, ਜੇ ਕਰਨਾ ਸੀ। 6ਵੇਂ ਪਾਤਸ਼ਾਹ ਵੇਲੇ ਪਹਿਲਾ ਜੰਗ ਜਿੱਤਿਆ ਤੇ ਪੈਂਦੇ ਖਾਂ ਬੜਾ ਬਲੀ।
ਉਹਦੇ ਮਨ 'ਚ ਬੜਾ ਮਾਣ ਸੀ। ਡੇਰਾ ਤੇ ਨਾਂ ਸੁਣ ਕੇ ਸਾਰੇ ਡਰ ਜਾਂਦੇ, ਜੰਗ ਜਿੱਤਿਆ ਹੀ ਮੈਂ ਆ। ਅੰਤਰਜਾਮੀ ਸਤਿਗੁਰਾਂ ਦੂਜੇ ਜੰਗ ਵਿੱਚ ਉਹਨੂੰ ਨਾਲ ਹੀ ਨਹੀਂ ਸੱਦਿਆ, ਆਣ ਤੋੜਤਾ, ਉਹ ਵੀ ਜਿੱਤ ਕੇ ਵਿਖਾਇਆ। ਇਸ ਪ੍ਰਕਾਰ ਇਹਨਾਂ ਨੂੰ ਵੀ ਹਉਂ ਸੀ, ਹਵਸ ਸੀ ਮਨ ਵਿੱਚ, ਅਸੀਂ ਜੇ ਕਰਾਂਗੇ ਅਸੀਂ ਉਹ ਕਰਾਂਗੇ। ਸੋ ਉਹ ਕਵੀ ਜੀ ਦੱਸ ਰਹੇ ਹਨ, ਭੀਮ ਚੰਦ ਔਰ ਧੀਰਜ ਧਰ ਕਰ ਉੱਠੇ ਸਰਬ ਤਿਸ ਵੇਰੇ। ਭੀਮ ਚੰਦ ਦਾ ਮਨ ਤਾਂ ਟੁੱਟ ਚੁੱਕਿਆ, ਨੀਵੀਂ ਪਾ ਕੇ ਰੋਈ ਜਾਂਦਾ ਹੈ, ਪਰ ਇਹਨਾਂ ਨੇ ਹੌਸਲਾ ਦਿੱਤਾ ਤੇ ਧੀਰਜ ਧਾਰੀ ਉਸਨੇ। ਸੋ ਉੱਠ ਕਰ ਉੱਠੇ ਸਰਬ ਤਿਸ ਵੇਰੀ, ਉਸ ਵੇਲੇ ਹੋਰ ਵੀ ਸਾਰੇ ਉੱਠੇ ਹਨ। ਇਹ ਮਸਲ ਸਲਾਹ ਇਹਨਾਂ ਦੀ ਹੋ ਰਹੀ ਹੈ। ਡੇਰੇ ਮੈਂ ਜਹ ਕਹਿ ਗਨ ਘਾਇਲ ਪਰੇ ਪੀਰ ਕੋ ਪਾਵੈ। ਕਹਿੰਦੇ ਇਹਨਾਂ ਦੇ ਡੇਰਿਆਂ ਵਿੱਚ ਜਿਹੜੇ ਤੰਬੂ ਆਦਿ ਲੱਗੇ ਹੋਏ ਸਨ, ਮੈਂ ਜਹ ਕਹਿ ਜਿੱਥੇ ਜਿੱਥੇ ਵੀ ਘਾਇਲ ਜ਼ਖਮੀ ਪਏ ਸਨ, ਉਹ ਪੀੜ ਨਾਲ ਹਾਹਾਕਾਰ ਕਰ ਰਹੇ ਨੇ, ਪੀੜ ਨਾਲ ਤੜਫ ਰਹੇ ਨੇ, ਰੋ ਰਹੇ ਨੇ। ਕਲਗੀਧਰ ਪਿਤਾ ਦੀ ਕਿਰਪਾ ਦ੍ਰਿਸ਼ਟੀ ਨਾਲ ਪੀੜਾਂ ਵੀ ਖਤਮ ਕਰਤੀਆਂ, ਰਾਤੋਂ ਰਾਤ ਜ਼ਖਮੀ ਮੇੜ ਦਿੱਤੇ। ਇਹਨਾਂ ਦੇ ਉਦਾਂ ਹੀ ਤੜਫ ਰਹੇ ਨੇ ਤੇ ਰੋ ਰਹੇ ਹਨ। ਕੀਤ ਕੋ ਰੁੱਧ ਤੋਂ ਸੰਬੰਧੀ ਮਰ ਗਈ, ਮਿਲ ਮਿਲ ਛੂ ਕਿਉ ਪਾਵੈ। ਕਿੰਨੇ ਕੁ ਜ਼ਖਮਾਂ ਨਾਲ ਦੁਖੀ ਨੇ ਤੇ ਕਿੰਨੇ ਕੁ ਦਿਲੋਂ ਦੁਖੀ ਨੇ। ਕਿਸੇ ਦਾ ਕੋਈ ਸੰਬੰਧੀ ਮਰਿਆ, ਕਿਸੇ ਦਾ ਕੋਈ ਮਰਿਆ। ਕੇਤ ਰੁੱਧਤ ਸੰਬੰਧੀ ਮਰ ਗਏ, ਮਿਲ ਮਿਲ ਸ਼ੋਕ ਉਪਾਵੈ। ਸ਼ੋਕ ਬੜਾ ਮਨ ਵਿੱਚ, ਗਮ ਬੜਾ ਹੈ। ਜਿਹਦੇ ਮਨ 'ਚ ਇੰਨਾ ਸ਼ੋਕ ਗਮ ਹੈ, ਉਹਨੇ ਭਲਾ ਕਿੰਨਾ ਕੁ ਜੰਗ ਕਰਨਾ। ਆਪ ਹੀ ਵਿਚਾਰ ਕਰ ਲਓ। ਉਹ ਨਾਗਲੂ ਪਾਗਲੂ ਜਿੰਨੇ ਇਕੱਠੇ ਹੋਏ ਸਨ, ਕਿਸ ਪ੍ਰਕਾਰ ਰੋ ਰਹੇ ਨੇ। ਇਹ ਹਾਲਾਤ ਹੋਈ ਹੈ। ਗਈ ਗਿਰਨ ਮੈਂ ਸੁਧ ਗਨ ਮਰ ਗਈ, ਪਰੂ ਪੀਟਣਾ ਭਾਰੇ। ਤੋ ਗਈ ਗਿਰਨ ਪਹਾੜਾਂ ਵਿੱਚ ਸੁਧ ਖਬਰ। ਅੱਜ ਕੱਲ ਵਾਂਗੂ ਤਾਂ ਨਹੀਂ ਨਾ ਵੀ ਮਿੰਟੋ ਮਿੰਟੀ ਖਬਰ ਸਾਰੇ ਦੇਸਾਂ 'ਚ ਪਹੁੰਚ ਜਾਊ। ਉਦੋਂ ਬੰਦੇ ਜਾ ਕੇ ਦੱਸਦੇ ਵੀ ਇਸ ਤਰ੍ਹਾਂ ਹੋਇਆ, ਇਸ ਤਰ੍ਹਾਂ ਹੋਇਆ। ਜਦੋਂ ਗਿਣਤੀ ਦੇ ਮਰਿਆਂ ਦੀ ਸੁਧ ਖਬਰ ਪਹੁੰਚੀ, ਗਨ ਮਰ ਗਏ, ਪਰਿਓ ਪੀਟਣਾ ਭਾਰੀ। ਘਰ ਘਰ ਪਿੱਟਣਾ ਤੇ ਰੋਣਾ ਹਰ ਇੱਕ ਘਰ ਘਰ ਸ਼ੁਰੂ ਹੋ ਗਿਆ ਹੈ। ਕੇਸਿਓ ਖਾਰਤ ਰੁੱਧਤ ਜਹਾਂ ਕਹੈ, ਉੱਚੀ ਧੁਨ ਤੇ ਨਾਰੇ। ਫਿਰ ਆਪਣੇ ਉਹ ਬੀਬੀਆਂ ਕੇਸ ਉਖਾੜਦੀਆਂ, ਸਿਰ ਦੇ ਵਾਲ ਪੁੱਟਦੀਆਂ, ਰੁੱਧਤ ਰੋਂਦੀਆਂ, ਜਹ ਕਿ ਉੱਚੀ ਉੱਚੀ ਧੁਨ ਨਾਲ ਚੀਕਾਂ ਮਾਰਦੀਆਂ, ਇਕੱਠੀਆਂ ਹੋ ਕੇ। ਦਰਦ ਹੋਈ ਮਨ ਵਿੱਚ, ਕਿਸੇ ਦਾ ਪਤੀ ਖਤਮ ਹੋ ਗਿਆ, ਕਿਸੇ ਦਾ ਪੁੱਤ ਭਰਾ ਭਤੀਜਾ, ਕਿਸੇ ਦਾ ਕੋਈ ਮਰ ਗਿਆ। ਇਸ ਪ੍ਰਕਾਰ ਲੋਥਾਂ ਦੇ ਲੋਥਾਂ ਚੜੀਆਂ ਸਨ। ਇਹ ਹਾਲਾਤ ਪਹਾੜ ਵਿੱਚ ਹੋਈ ਹੈ। ਜਸਵਾਰੀ ਕੇ ਸੁਧ ਜਦ ਪਹੁੰਚੀ, ਗਨ ਰਾਣੀ ਮਿਲ ਰੂਵੈ। ਜਿਹੜਾ ਜਸਵਾਰੀ ਕੇਸਰੀ ਚੰਦ ਬਹੁਤਾ ਸੂਰਮਾ ਤੇ ਬਹੁਤਾ ਸਲਾਹਕਾਰ ਤੇ ਅੱਗੇ ਹੋ ਕੇ ਸਕੀਮਾਂ ਦੱਸਣ ਵਾਲਾ ਸੀ। ਇਸ ਤਰ੍ਹਾਂ ਹਾਥੀ ਤੋੜੀਏ, ਏਦਾਂ ਲੜੀਏ, ਕਿਲਾ ਬਣੀਏ, ਜਵਾਦਾ ਤੋੜੀਏ, ਕਬਜ਼ਾ ਕਰੀਏ। ਉਹਦੇ ਘਰ ਵੀ ਸੁਧ ਖਬਰ ਪਹੁੰਚ ਗਈ ਕੇਸਰੀ ਚੰਦ ਦੇ ਵੀ ਤੇਰਾ ਚੰਦ ਹੁਣ ਈਦ ਦਾ ਬਣ ਗਿਆ, ਹੁਣ ਨਹੀਂ ਦਰਸ਼ਨ ਹੋਣੇ। ਉਹ ਵੀ ਸਪਾਸ ਸਰੀਰ ਛੱਡ ਗਿਆ ਹੈ। ਪਹੁੰਚੀ ਹੈ ਭਾਵ ਖਬਰ। ਹਾਹਾਕਾਰ ਜਹਾਂ ਕੈ ਉਤਰੈ, ਦ੍ਰਿਗ ਜਲਤੀ ਪਟ ਧੂਵੈ। ਉਸ ਮੌਕਾ ਉਹਦੀਆਂ ਰਾਣੀਆਂ ਮਿਲ ਮਿਲ ਕੇ ਰੋਂਦੀਆਂ ਤੇ ਹਾਹਾਕਾਰ ਹੋਰ ਜ਼ਿਆਦਾ ਮੱਚਿਆ, ਜਹਾਂ ਕਹਾਂ ਥਾਂ ਥਾਂ ਕੇ। ਆਉ ਉਚਰੇ ਉਚਾਰਦੀਆਂ ਰਸਨਾ ਤੋਂ ਤੇ ਦ੍ਰਿਗ ਨੇਤਰਾਂ ਤੋਂ ਜਲ ਇੰਨਾ ਵਗਦਾ ਹੈ ਕਿ ਪੱਟ ਧੋਵੇ, ਬਸਤਰ ਧੋਲੇ, ਗਲ ਦੇ ਲੀੜੇ ਭੇਂਦੇ, ਰੋ ਰੋ ਕੇ। ਰੋਣਾ ਠੀਕ ਨਹੀਂ, ਪਰ ਜਦੋਂ ਮਨ ਦੁਖਿਆ ਹੋਵੇ ਤੇ ਰਿਹਾ ਨਹੀਂ ਜਾਂਦਾ। ਰੋਣ ਵਿੱਚ ਫਰਕ ਹੈ। ਇੱਕ ਪਰਮੇਸ਼ਰ ਪ੍ਰਾਪਤੀ ਦਾ ਵਿਰਾਗ ਦਾ ਰੋਣਾ ਹੈ, ਔਰ ਰਹਿ ਨਾ ਸਕਾ ਮੈਨੂੰ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਚੱਲੇ। ਜੋ ਸਾਹਿਬਾਂ ਨੇ ਬਾਣੀ 'ਚ ਲਿਖਿਆ ਹੈ, ਰੋਮਣ ਵਾਲੇ ਜਿੱਤੜੇ ਸਭ ਬੰਨੇ ਪੰਡ ਪਰਾਲੋ। ਪਰਾਲੀ ਇਕੱਠੀ ਕਰ ਰਹੇ ਨੇ, ਘਾਹ ਫੂਸ ਹੀ ਬੰਨ ਰਹੇ ਨੇ ਜਿਹੜੇ ਰੋਂਦੇ ਨੇ। ਤੋ ਵਲੇਵੇ ਕਾਰਨ ਬਾਬਾ ਰੋਈਏ, ਰੋਵਣ ਸਗਲ ਬਿਕਾਰੂ। ਆਪਣੇ ਕੰਮਾਂ ਨੂੰ ਯਾਦ ਕਰਕੇ ਰੋਂਦੇ ਹੈ। ਤੋ ਇਸ ਪ੍ਰਕਾਰ ਰੋਣਾ ਬੇਕਾਰ ਹੈ, ਠੀਕ ਨਹੀਂ। ਬਹੁਤੇ ਰੋਣ ਨਾਲ ਅੱਖਾਂ ਦੀ ਜੋਤ ਜਲਦੀ ਘਟ ਜਾਂਦੀ ਹੈ। ਖੇਤਰ ਘੱਟ ਦਿਸਣ, ਭਾਵ ਜੋਤ ਘਟ ਜਾਂਦੀ ਹੈ, ਅਣਖਾਂ ਲੱਗ ਜਾਂਦੀਆਂ ਮੇਰੇ ਵਰਗੇ ਨੂੰ। ਵੱਡੇ ਹੋ ਕੇ ਤਾਂ ਲੱਗਣੀਆਂ ਹੀ ਆ, ਪਹਿਲੀ ਉਮਰ ਵਿੱਚ ਹੀ ਜਿਹੜਾ ਬਹੁਤਾ ਰੋਗ ਨਹੀਂ ਰੋਣਾ ਚਾਹੀਦਾ। ਕਿਤੇ ਵਿਜੇ ਮੁਕਤ ਗ੍ਰੰਥ ਪੜ੍ਹ ਕੇ ਵੇਖੋ, ਸਾਹਿਬਾਂ ਨੇ ਸਿੱਧ ਕਰਕੇ ਵਿਖਾ ਦਿੱਤਾ ਸੀ ਸਿੰਘਾਂ ਦੇ ਤਾਈਂ। ਕਿਸੇ ਘਰ ਵਿੱਚ ਕੋਈ ਮਰਿਆ ਤੇ ਬਹੁਤੇ ਰੋ ਰਹੇ ਨੇ, ਜਿਹਨੂੰ ਗੁਪਤ ਰੂਹਾਂ ਜਮ ਕਹਿੰਦੇ ਆ। ਉਹ ਕੰਧਾਂ ਦੇ ਬਨੇਰਿਆਂ ਤੇ ਐਵੇਂ ਬੈਠੇ ਨੇ ਜਿਵੇਂ ਕਰੰਗ ਦੇ ਦਿਵਾਲੇ ਇੱਲਾਂ ਬਹਿੰਦੀਆਂ। ਇੰਨੇ ਕਿਵੇਂ? ਕਹਿੰਦੇ ਰੋਣ ਦੀ ਆਵਾਜ਼ ਸੁਣ ਕੇ ਆਏ। ਇਸ ਕਰਕੇ ਇਹ ਰੋਣਾ ਇਹਨਾਂ ਨੂੰ ਚੰਗਾ ਲੱਗਦਾ ਹੈ। ਜਿੱਥੇ ਬਹੁਤਾ ਰੋਣਾ ਹੋਵੇ ਜਮ ਉੱਥੇ ਛੇਤੀ ਫੇਰਾ ਪਾਉਂਦਾ ਹੈ।
ਵੱਧ ਤੋਂ ਵੱਧ ਸ਼ੁਕਰਾਨਾ ਕਰਨਾ ਚਾਹੀਦਾ ਪਰਮੇਸ਼ਰ ਦਾ, ਜਿਸ ਕੀ ਬਸਤ ਆਗੇ ਰੱਖੇ, ਪ੍ਰਭ ਕੀ ਆਗਿਆ ਮਾਨੇ ਮਾਥੈ, ਉਸਦੇ ਚੌਗੁਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਭੇਜਣ ਵਾਲਾ ਵੀ ਉਹੀ ਹੈ ਤੇ ਸੱਦਣ ਵਾਲਾ ਵੀ ਉਹੀ ਹੈ। ਕੰਮ ਨਹੀਂ ਕਰਨਾ ਚਾਹੀਦਾ। ਉੱਥੇ ਨਾਲ ਸਾਹਿਬਾਂ ਨੇ ਇਹ ਵੀ ਲਿਖਿਆ ਵਿਜੇ ਮੁਕਤ ਗ੍ਰੰਥ ਕਲਗੀਧਰ ਜੀ ਨੇ, ਤੇ ਜਦੋਂ ਬੱਚੀ ਵਿਆਹੁਨੇ ਆ ਤੇ ਉਹਨੂੰ ਤੋੜਦੇ ਆ ਤੇ ਉਦੋਂ ਰੋਣਾ ਬਹੁਤਾ ਮਾੜਾ, ਬਹੁਤੀ ਵੱਡੀ ਅਪਸ਼ਗਨੀ। ਸਾਡੀ ਸ਼ਾਦੀ ਹੋਣ ਲੱਗੀ, ਜੀਤੋ ਨਾਲ ਸੀ ਕਿਹਾ ਸੀ ਰੋਇਓ ਨਾ, ਸਾਹਿਬਾਂ ਦੇ ਤਾੜ ਕੇ ਕਿਹਾ, ਉਦਾਂ ਕਹਿਣ ਨੂੰ ਜੀ ਨਹੀਂ ਕਰਦਾ, ਆਪਣਾ ਹੀ ਪਰਿਵਾਰ ਹੈ, ਬੱਚੀਆਂ, ਇਹ ਰੋਣੋ ਨਾ ਰਹੀਆਂ, ਸਾਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਤਾਂ ਅੱਜ ਲਿਖਿਆ ਹੋਇਆ ਹੈ। ਇਸ ਕਰਕੇ ਰੋਣਾ ਬਹਾਦਰੀ ਨਹੀਂ, ਠੀਕ ਨਹੀਂ। ਰੋਣਾ ਤੇ ਪਰਮੇਸ਼ਰ ਦੀ ਪ੍ਰਾਪਤੀ ਦੀ ਰੋਵੋ, ਰੋਣਾ ਦੇ ਸਮੇਂ ਦੀ ਰੋਵੋ। ਮਹਿੰਗਾ ਅਨਮੁੱਲਾ ਹੱਥੋਂ ਨਿਕਲ ਗਿਆ ਤੇ ਬਾਕੀ ਨਿਕਲ ਜਾਣਾ ਹੈ, ਸਾਥੋਂ ਸਮਾਂ ਨਹੀਂ ਸਾਂਭਿਆ ਗਿਆ। ਇਸ ਪ੍ਰਕਾਰ ਘਰ ਘਰ ਰੋਣਾ ਪਿਆ, ਪਿੱਟਣਾ ਪਿਆ, ਕੋਈ ਮੋਹ ਦਾ ਰੋਣਾ, ਕਿਸ ਪ੍ਰਕਾਰ ਦਾ ਰੋਣਾ ਹੈ, ਇਸ ਪ੍ਰਕਾਰ ਦੱਸ ਰਹੇ ਹਨ। ਕਹਿ ਲੋ ਕਹੂੰ ਸ਼ੂਕ ਬਦ ਗਿਰ ਗਨ, ਰੋਦਤ ਬਾਇਸ ਧਾਰਾ। ਕਹਿ ਲੋ ਕਹੂੰ, ਸੋ ਕਵੀ ਜੀ ਕਹਿੰਦੇ ਮੈਂ ਕਿੱਥੋਂ ਕੁ ਤੱਕ ਕਹਾਂ, ਕਿੱਥੋਂ ਕੁ ਤੱਕ ਲਿਖ ਦੇਵਾਂ। ਸ਼ੋਕ ਬਦ ਗਿਰ ਗਨ, ਗਿਰ ਪਹਾੜਾਂ ਦੇ ਵਿੱਚ ਗਿਣਤੀ ਦਾ ਕਿੰਨਾ ਕੁ ਸੋਗ ਹੈ। ਰੋਦਤ ਬਾਇਸ ਧਾਰਾ, 22 ਧਾਰ ਸਾਰਾ ਹੀ ਰੋ ਰਿਹਾ ਹੈ। ਬਹੁਤੇ ਰਾਜੇ ਇਕੱਠੇ ਸਨ, ਹਰ ਇੱਕ ਦੇ ਫੌਜ ਵਿੱਚ ਪਿੰਡਾਂ ਹੋਰ ਇਲਾਕਿਆਂ ਦੇ ਭਾਵ ਜਿੰਨੇ ਆਏ ਸਨ, ਤੇ ਸਸਰਾਂ ਦੇ ਸਸਰੇ ਵਿਛ ਗਏ ਸਨ। ਹਾਥੀ ਨੇ ਹੀ ਕਾਈ ਮਦਦ ਕੀਤੀ। ਸਭ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸੁੰਡ ਨਾਲ ਵੀ ਕੱਟੇ, ਪੈਰਾਂ ਥੱਲੇ ਵੀ ਮਿੱਧੇ, ਸਿੰਘਾਂ ਨੇ ਵੀ ਚੰਗੀ ਵਾਢੀ ਧਰੀ। ਕੱਲ ਆਪ ਜੀ ਨੇ ਸੁਣਿਆ ਕਿ ਜਿਵੇਂ ਬਿਸਤਰੀ ਤਰਖਾਣ ਸ਼ਸਤਰਾਂ ਨਾਲ ਜੰਗਲ ਕੱਟ ਕਰ ਸੁੱਟਦੇ ਨੇ, ਇਸ ਤਰ੍ਹਾਂ ਦੀ ਹਾਲਾਤ ਹੋਈ ਸੀ। ਇਸ ਪ੍ਰਕਾਰ ਸਾਰੇ 22 ਧਾਰ ਵਿੱਚ ਹੀ ਰੋਣਾ ਪਿਆ ਹੋਇਆ ਹੈ, ਸਭ ਪਹਾੜ ਹੀ ਰੋਈ ਜਾਂਦੇ ਹਨ। ਭੀਮ ਚੰਦ ਕੋ ਕਹੈ ਮਦ ਮਤ, ਦੇਤ ਹਜ਼ਾरों ਗਾਰਾਂ। ਭੀਮ ਚੰਦ ਕੋ ਕਹੈ ਮੰਦੀ ਮਤ ਵਾਲੇ, ਦੇਤ ਹਜ਼ਾਰੋਂ ਲੋਕ, ਹਜ਼ਾਰਾਂ ਗਾਲਾਂ ਭੀਮ ਚੰਦ ਨੂੰ ਦੇ ਰਹੇ ਨੇ। ਇਹਨੇ ਅੱਤ ਚੁੱਕੀ ਸੀ, ਇਹਨੇ ਇਸ ਤਰ੍ਹਾਂ ਕਰਵਾਇਆ ਹੈ। ਕਿਸ ਪ੍ਰਕਾਰ ਇਹੋ ਜਿਹੀ ਹਾਲਾਤ ਹੋਈ ਹੈ, ਭੀਮ ਚੰਦ ਨੂੰ ਗਾਲਾਂ ਦੇ ਰਹੇ ਨੇ। ਹੋਰ ਸ਼ਾਬਾਸ਼ ਮਿਲਣੀ ਹੈ, ਹੋਰ ਧੰਨਵਾਦ ਕਰਨਾ ਹੈ। ਕਿਸ ਪ੍ਰਕਾਰ ਹਾਲਾਤ ਹੋਣੀ ਹੈ, ਉਸ ਲੋਕ ਦੀ ਵੀ ਤੇ ਪ੍ਰਲੋਕ ਦੀ ਵੀ, ਤੇ ਹੁਣ ਵੀ ਮਿਲ ਰਹੀਆਂ ਤੇ ਗਾਹ ਵੀ ਮਿਲਦੀਆਂ ਰਹਿਣਾ ਹੈ। ਦੇਖਿਓ ਕਿਤੇ ਮਾੜਾ ਇਤਿਹਾਸ ਨਾ ਲਿਖਿਆ ਜਾਵੇ, ਚਿੱਤਰਗੁਪਤ ਨਾ ਲਿਖ ਕੇ ਲਿਆ ਜਾਵੇ ਸਾਡੇ ਮਾੜੇ ਕਰਮ, ਤੇ ਸਦਾ ਦੀ ਰੋਣਾ ਨਾ ਗਲ ਪੈ ਜਾਵੇ। ਪਰਮੇਸ਼ਰ ਦਾ ਧੰਨਵਾਦ ਕਰਨਾ ਹੀ ਬਣਦਾ ਹੈ। ਉਹੀ ਭੇਜਣ ਵਾਲਾ, ਉਹੀ ਬਖਸ਼ਾਂ ਕਰਨ ਵਾਲਾ ਹੈ। ਸੋ ਹਜ਼ਾਰਾਂ ਲੋਕ, ਹਜ਼ਾਰਾਂ ਗਾਲਾਂ ਮੰਦੀ ਮੱਤ ਵਾਲੇ ਭੀਮ ਚੰਦ ਨੂੰ ਪਹਾੜਾਂ 'ਚ ਮਿਲ ਰਹੀਆਂ। ਜਿਸ ਧਰਤੀ ਤੇ ਜੋ ਹੋਵੇ ਉਹੀ ਭਾਵ ਟੇਪ ਰਿਕਾਰਡ ਵਾਂਗੂ ਭਰਿਆ ਜਾਂਦਾ ਹੈ। ਸੱਚਖੰਡ ਵਾਸੀ ਮਹਾਂਪ੍ਰਸੰਦ ਬਾਬਾ ਅਤਰ ਸਿੰਘ ਜੀ ਮਸਤੂ ਆਣੇ, ਲੋਕਾਂ ਦੀ ਆਵਾਜਾਈ ਵੱਧ ਗਈ ਤੇ ਪਖੰਡੀ ਤੇ ਬੜੇ ਖੁਸ਼ ਹੁੰਦੇ ਨੇ ਤੇ ਮੇਰੀ ਪੂਜਾ ਹੋਵੇ, ਮੈਨੂੰ ਹਾਰ ਪੈਣ, ਮੇਰੀਆਂ ਮੂਰਤੀਆਂ ਘਰ ਘਰ ਜਾਣ, ਮੈਨੂੰ ਚੇਤੇ ਕਰਨ, ਮੇਰੇ ਕੋਲ ਬਹੁਤੇ ਆਉਣ। ਅਸਲੀ ਲੁਕਦੇ ਨੇ ਇਹ ਲੋਕ। ਹੁਣ ਭਜਨ ਨਹੀਂ ਕਰ ਦਿੰਦੇ, ਬੰਦਗੀ ਨਹੀਂ ਕਰ ਦਿੰਦੇ, ਚੁੱਪ ਚਪੀਤੇ ਉੱਠ ਕੇ ਤੇ ਪਹਾੜਾਂ ਨੂੰ ਚਲੇ ਗਏ। ਜਾ ਕੇ ਕਿਸੇ ਪਹਾੜ ਦੀ ਕੁੰਦਰ 'ਚ ਵੜ ਗਏ, ਕਿਸੇ ਨੂੰ ਦੱਸਿਆ ਵੀ ਨਾ। ਜਿਹੜੇ ਰਾਤ ਵਾਹਿਗੁਰੂ 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 ਰੋਮ ਰੋਮ ਵਸਿਆ ਸੀ, ਰਸਨਾ ਤੋਂ ਕਰੀ ਜਾਂਦੇ ਐ। ਉਹਨਾਂ ਦੇ ਵਾਹਿਗੁਰੂ ਬੰਦਗੀ ਦੇ ਪ੍ਰਤਾਪ ਨਾਲ ਸਾਰੇ ਪਹਾੜ ਹੀ ਗੂੰਜੀ ਜਾਂਦੇ। ਪਹਾੜ ਇਹ ਕਹਿਣ ਲੱਗੇ ਸਾਡੇ ਪਹਾੜ ਨੂੰ ਕੀ ਹੋ ਗਿਆ, ਸਭ ਪਹਾੜ ਤੋਂ ਵਾਹਿਗੁਰੂ ਵਾਹਿਗੁਰੂ ਆਵਾਜ਼ ਆਈ ਜਾਂਦੀ ਹੈ। ਤੇ ਵਿੱਚ ਸਿਆਣੇ ਵੀ ਹੁੰਦੇ ਹੀ ਹੈ। ਇੱਕ ਮੁਸਲਮਾਨੀ ਫਕੀਰ ਸੀ, ਕਹਿੰਦਾ ਮੈਂ ਜਾਣਦਾ ਕੋਈ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਸੰਤ ਇੱਥੇ ਆਇਆ ਹੋਣਾ ਹੈ, ਉਹ ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਉਹਦੀ ਬੰਦਗੀ ਦੇ ਪ੍ਰਤਾਪ ਨਾਲ ਪਹਾੜ ਗੂੰਜੀ ਜਾਂਦੇ ਆ, ਵਾਹਿਗੁਰੂ ਕਰੀ ਜਾਂਦੇ ਹੈ। ਕਿਵੇਂ ਧਰਤੀ ਤੇ ਅਸਰ ਹੋ ਜਾਂਦਾ ਹੈ। ਰੋਣ ਦਾ ਵੀ ਹੁੰਦਾ ਹੀ ਹੋਵੇਗਾ, ਗਾਲ ਮੰਦੇ ਦਾ ਵੀ ਹੁੰਦਾ ਹੀ ਹੋਵੇਗਾ, ਕਥਾ ਕੀਰਤਨ ਦਾ ਵੀ ਹੁੰਦਾ ਹੀ ਹੋਵੇਗਾ। ਆਨ ਪਵਿੱਤਰਾ ਮਾਨ ਪਵਿੱਤਰਾ, ਪਵਿੱਤਰ ਸਹਿਣ ਸੁਣ ਹਾਰੇ, ਕਹੋ ਨਾਨਕ ਤੇ ਭਵਨ ਪਵਿੱਤਰਾ, ਜਾਣੇ ਸੰਤ ਵਿਸਾਰੇ। ਘਰਾਂ ਵਿੱਚ ਵੀ ਰੱਬ ਦਾ ਨਾਂ ਹੀ ਲਹੋ, ਚੁਗਲੀ ਨਿੰਦਿਆ ਨਾ ਕਰੋ। ਇਸ ਪ੍ਰਕਾਰ ਜਰਾ ਪਵਿੱਤਰ ਹੋਵੇ, ਅਪਵਿੱਤਰ ਨਾ ਹੋ ਜਾਵੇ। ਬੱਚਿਆਂ ਦੇ ਮਾੜਾ ਅਸਰ ਨਾ ਪਵੇ। ਜਿਹੜਾ ਬੱਚਾ ਛੋਟਾ ਜਿਹਾ ਜਿਹਨੂੰ ਬੋਲਣਾ ਨਹੀਂ ਆਉਂਦਾ, ਉਹਦੇ ਕੰਨ ਤੇ ਸੁਣਦੇ ਨਾ ਕਿ ਜੋ ਕਹਿੰਦੇ ਹੋ, ਜੋ ਕਰਦੇ ਹੋ, ਘਰਾਂ 'ਚ ਲੜਾਈ ਕਰਦੇ ਹੋ, ਮੰਦਾ ਚੰਗਾ ਬੋਲਦੇ ਇੱਕ ਦੂਜੇ ਨੂੰ, ਉਹ ਬੱਚੇ ਸੁਣੀ ਜਾਂਦੇ ਨੇ, ਉਹਨਾਂ ਤੇ ਮਨ ਤੇ ਉੱਪਰੀ ਦਾ ਜਾਂਦਾ ਹੈ। ਉਹੀ ਇਹਨਾਂ ਸਿਆਣਿਆਂ ਹੋ ਕੇ ਮੂੰਹ ਖੋਲਣਾ ਜੋ ਅੱਜ ਬੰਦ ਹੈ ਜਿਨ੍ਹਾਂ ਦਾ।
ਇਸ ਪ੍ਰਕਾਰ ਗੁਰਮੁਖੋ ਸਿਆਣਪ ਵਰਤਣੀ ਚਾਹੀਦੀ ਹੈ। ਕੀ ਕਰਨਾ ਚਾਹੀਦਾ? ਛੋਟੇ ਜਿਹੇ ਬੱਚੇ ਨੂੰ ਵੀ ਸਾਹਿਬਾ ਤੇ ਇੱਥੋਂ ਤੱਕ ਲਿਖ ਦਿੱਤਾ ਕਿ ਸਿੱਖ ਸਿੱਖਣੀ ਮਿਲ ਬਹਿ ਚਰਚਾ ਕਰੇ ਅਪਾਰ, ਭਜਨ ਸਿਖਾਏ ਪੁੱਤਰ ਕੋ ਹਰ ਭਜ ਬਾਰੰਬਾਰ। ਵਾਹਿਗੁਰੂ ਮੰਤਰ ਸਿਖਾਵੇ, ਮੂਲ ਮੰਤਰ ਸਿਖਾਵੇ, ਗੁਰੂ ਕਾ ਇਤਿਹਾਸ ਸੁਣਾਵੇ, ਸਾਖੀਆਂ ਸੁਣਾਵੇ। ਇਸ ਪ੍ਰਕਾਰ ਬੱਚੇ ਬੜੀ ਰੁਚੀ ਨਾਲ ਸੁਣਦੇ ਨੇ, ਬੜੇ ਪਿਆਰ ਨਾਲ ਸੁਣਦੇ ਨੇ। ਉਹਨਾਂ ਦੇ ਮਨ 'ਚ ਇਹੋ ਜਿਹਾ ਘਰ ਕਰ ਜਾਵੇ, ਇਹੋ ਜਿਹਾ ਆਨੰਦ ਪ੍ਰਾਪਤ ਹੋਵੇ। ਇਵੇਂ ਆਪ ਜੀ ਕਹਿੰਦੇ ਘਰ ਘਰ ਹਜ਼ਾਰਾਂ ਲੋਕ, ਹਜ਼ਾਰਾਂ ਹੀ ਗਾਲਾਂ ਪਹਾੜਾਂ ਦੀਆਂ, ਕੁੰਦਰਾਂ ਤੱਕ ਵੀ ਪਹਾੜ ਵੀ ਗੂੰਜੀ ਜਾਂਦੇ ਹੈ, ਭੀਮ ਚੰਦ ਨੂੰ ਪ੍ਰਕਾਰਾਂ ਦੇਈ ਜਾਂਦੇ ਹੈ। ਹੁਣ ਵੀ ਤੇ ਗਾਂ ਵੀ ਪੈਂਦੀਆਂ ਰਹਿਣੀਆਂ, ਕਿਉਂਕਿ ਲਾਲਚ ਦੇ ਵਿੱਚ ਅੰਨਾ ਬੋਲਾ ਹੋ ਕੇ ਗੁਰੂ ਸਾਹਿਬਾਂ ਨਾਲ ਨਿਰਵੈਰ ਜੰਗ ਯੁੱਧ ਕਰੀ ਜਾਂਦਾ ਹੈ ਤੇ ਚੜ ਕੇ ਆਏ ਨੂੰ ਉੱਤਰ ਦੇਣਾ ਸੂਰਮਿਆਂ ਦਾ ਕੰਮ ਹੈ, ਉਹ ਪਾਪ। ਕੱਲ ਵੀ ਬੇਨਤੀ ਕੀਤੀ ਸੀ, ਜਿਵੇਂ ਆਪ ਜੀ ਕਹਿੰਦੇ ਹਨ, ਐਵੇਂ ਮਸਲਤ ਕਰ ਲੜੈ ਅਪਰਾਧ ਪੋਨੋ ਕਰ ਘਮੰਡ ਚੰਦ ਆਗੇ। ਇਹ ਘਮੰਡ ਚੰਦ ਦੇ ਕਟੋਟੀਏ ਆਦਿਕ ਦੇ ਫੂਕ ਦੇਣ ਤੋਂ, ਮਤਲਬ ਸਲਾਹ ਦੇਣ ਤੋਂ, ਕਹਿੰਦੇ ਹੁਣ ਪ੍ਰਾਦ ਸਵੇਰ ਹੁੰਦਾ ਤੇ ਹੁਣ ਜ਼ਰੂਰ ਲੜਾਂਗੇ। ਸੋ ਘਮੰਡ ਚੰਦ ਅੱਗੇ ਕਹਿੰਦਾ ਮੈਂ ਅੱਗੇ ਲੱਗੂ, ਕਟੋਟੀਏ ਕਹਿੰਦਾ ਮੈਂ ਅੱਗੇ ਲੱਗੂ। ਕੁਝ ਹੋਰ ਨਾ ਰਲਾ ਲਏ, ਪਰ ਬਹੁਤੇ ਚਾਹੁੰਦੇ ਵੀ ਨਾ ਲੜੀਏ। ਅਜੇ ਕੱਲ ਦੇ ਹੱਡ ਟੁੱਟੇ ਹੋਏ ਨੇ, ਕੱਲ ਦਾ ਥਕੇਵਾ ਪੂਰਾ ਨਹੀਂ ਹੋਇਆ। ਇਸ ਪ੍ਰਕਾਰ ਕਹਿੰਦੇ ਹਨ, ਖਾਨ ਪਾਨ ਕੁਛ ਕਰਕੇ ਸੁਭਤੀ ਸ਼ਰਮਤੀ ਨਾਹਿਨ ਜਾਗੇ। ਕੁਝ ਖਾਣਾ ਕੀਤਾ ਤੇ ਕੁਝ ਪੀਣਾ ਕੀਤਾ। ਖਿਆਲ ਦਿਓ, ਖਾਣ ਪੀਣ 'ਚ ਫਰਕ ਕਿੰਨਾ ਹੁੰਦਾ ਹੈ। ਜਿਤ ਖਾਧੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ। ਉਹ ਵੀ ਤੇ ਖਾਣਾ ਹੀ ਆ ਨਾ। ਤਨ ਪੀੜਤ ਹੋਣਾ, ਮਨ 'ਚ ਵਿਕਾਰ ਪੈਦੇ ਹੋਣੇ। ਤਾਮਸੀ ਆਹਾਰ, ਸ਼ਰਾਬ ਤੇ ਮਾਸ ਤੇ ਆਂਡੇ ਆਦਿਕ ਇਹੋ ਜਿਹਾ ਨਹੀਂ ਖਾਣਾ। ਖਾਣ ਖਾਣ 'ਚ ਬੜਾ ਭਾਰੀ ਫਰਕ ਹੈ। ਇਸ ਪ੍ਰਕਾਰ ਤੋਂ ਪੀਣਾ ਵੀ ਪੀਣ 'ਚ ਬੜਾ ਭਾਰੀ ਫਰਕ ਹੈ। ਇਸ ਪ੍ਰਕਾਰ ਦੀ ਹਾਲਾਤ ਖਾ ਪੀ ਕੇ ਚਿੰਤਾ ਫਿਕਰ ਵਿੱਚ ਨੀਂਦ ਕਿੰਨੀ ਕਿ ਆਉਣੀ ਹੈ। ਸੌ ਤੇ ਗਏ ਪਰ ਕੁਝ ਲੇਟ ਹਲਾਉਂਦਿਆਂ ਨੀਂਦ ਆ ਜਾਂਦੀ ਹੈ। ਸਿਆਣਿਆਂ ਦਾ ਕਥਨ ਹੈ ਵਿਸੂਲੀ ਤੇ ਵੀ ਆ ਜਾਂਦੀ ਹੈ, ਗੱਡੀ ਚਲਾਉਂਦਿਆਂ ਵੀ ਆ ਜਾਂਦੀ ਹੈ, ਐਕਸੀਡੈਂਟ ਹੋ ਜਾਂਦੇ ਹੈ। ਇਸ ਪ੍ਰਕਾਰ ਵੱਸ ਦੀ ਗੱਲ ਨਹੀਂ। ਤੋ ਖਾ ਪੀ ਕੇ ਪਏ ਤੇ ਗਏ ਨੇ, ਚਿੰਤਾ ਤੁਰ ਹੋਏ, ਕੁਝ ਨੀਂਦ ਆ ਗਈ। ਜਿਹੜਾ ਲੇਟ ਸੌਵੇਂ ਉਹਨੂੰ ਲੇਟ ਹੀ ਜਾਗ ਆਉਂਦੀ ਹੈ। ਜਿਹਨੇ ਅੰਮ੍ਰਿਤ ਵੇਲੇ ਉੱਠਣਾ ਹੈ ਉਹਨੂੰ ਲੇਟ ਨਹੀਂ ਸੌਣਾ ਚਾਹੀਦਾ। ਰਾਤੀ ਟੀਵੀ ਵੇਖਦੀਆਂ 10, 11, 12 ਵਜ ਗਏ, ਸਵੇਰੇ ਇਸ ਵਕਤ ਕਿੱਦਾਂ ਉੱਠੂ? ਨਹੀਂ ਉੱਠਿਆ ਜਾਣਾ। ਸੋ ਵੇਲੇ ਸਿਰ ਸੌਈਏ ਤੇ ਵੇਲੇ ਸਿਰ ਉੱਠੀਏ। ਪਿਛਲੇ ਰਾਤ ਨਾ ਜਾਗਿਓ ਜੀਵੰਦੜੋ ਮੋਏ, ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ। ਪਿਛਲਾ ਰਿਵਾਜ ਨਹੀਂ, ਹੁਣ ਰਿਵਾਜ ਹੀ ਬਦਲ ਗਿਆ। ਪਹਿਲੇ ਪੈਰ ਦੇਰ ਸੌਣਾ, ਸਵੇਰੇ ਲੇਟ ਉੱਠਣਾ। ਇਹ ਸਿਆਣਪ ਨਹੀਂ। ਚਿੜੀ ਚੌਕੀ ਬਹੁ ਫੁੱਟੀ ਵਗਣ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ। ਪਹਿਲੇ ਪਹਿਰ ਸਵਾ ਕੇ ਸੁਰਤਿਆਂ ਉਪਜੇ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ ਮਾਨੇ ਮੁਖ ਸੱਚਾ ਨਾਓ। ਉੱਠਦਿਆਂ ਪਾਣੀਆਂ ਨਾਲ ਸਾਂਝ, ਪਰਮੇਸ਼ਰ ਦੇ ਨਾਮ ਨਾਲ ਸਾਂਝ, ਆਤਮਾ ਪਵਿੱਤਰ ਹੋ ਜੇ। ਸੋ ਹਿਰਦੇ ਨੂੰ ਚਾਬੀ ਮਿਲ ਜਾਵੇ, ਸਾਰਾ ਦਿਨ ਚਿੱਤ ਟਿਕਿਆ ਰਹੇ, ਖਿੜਿਆ ਰਹੇ। ਇਸ ਪ੍ਰਕਾਰ ਹਜ਼ੂਰ ਦਾ ਹੁਕਮ ਹੈ। ਪਹੁੰਚੀ ਸਾਧ ਸੁਧ ਸਤਿਗੁਰ ਨਿਕਟ, ਇਹੋ ਕਰੇ ਸਿੰਘ ਸਬਦਾਨਾ। ਪਹੁੰਚੀ ਸੁਧ ਖਬਰ, ਕਿਉਂਕਿ ਉੱਠੇ ਜੂ ਲੇਟ, ਚਾਹੁੰਦੇ ਸੀ ਵਕਤੇ ਉੱਠਾਂਗੇ, ਇਸ ਤਰ੍ਹਾਂ ਕਰਾਂਗੇ, ਜੇ ਕਰਾਂਗੇ। ਸੋ ਜਾਗ ਹੀ ਨਾ ਖੁੱਲੀ ਕਰਕੇ ਸੁਪਤੇ ਸ਼ਰਮ ਤੇ ਨਾ ਹਿਨ ਜਾਗੇ। ਸ਼ਰਮ ਥਕੇਵਾਂ ਵੀ ਸੀ ਥੱਕਿਆ ਹੋਇਆਂ ਦਾ, ਸੁੱਤੇ ਵੀ ਲੇਟ। ਉਹ ਸ਼ਰਮ ਥਕੇਵੇਂ ਦੇ ਕਾਰਨ ਨਾ ਹਿਨ ਜਾਗੇ, ਛੇਤੀ ਉੱਠ ਹੀ ਨਾ ਸਕੇ। ਤੇ ਉਸ ਫਿਰ ਪਹੁੰਚੀ ਸੁਧ ਖਬਰ, ਸੁਗੇ ਨੇ ਆ ਕੇ ਦਿੱਤੀ ਵੀ ਰਾਤ ਦੀ ਆਸ ਲਾਈ ਹੌਸਲਾ ਹੋ ਚੁੱਕੀ ਹੈ। ਸੋ ਪਹੁੰਚੀ ਸੁਧ ਸਤਿਗੁਰ ਨਿਕਟ, ਇਹੋ ਕਰ ਸਿੰਘ ਸਾਵਧਾਨਾ। ਸਤਿਗੁਰ ਸਿੰਘਾਂ ਨੂੰ ਸਾਵਧਾਨ ਕਰਤਾ ਵੀ ਸਾਵਧਾਨ ਹੋ ਜੋ। ਅੱਜ ਫੇਰ ਚਾਹੁੰਦੇ ਜੇ ਕੁਝ ਲੈਣਾ ਤੇ ਕੁਝ ਦੇਣਾ। ਸੋ ਇਸ ਪ੍ਰਕਾਰ ਸੂਰਮਿਆਂ ਨੂੰ ਸਾਵਧਾਨ ਸਤਿਗੁਰਾਂ ਨੇ ਕਰ ਦਿੱਤਾ ਹੈ। ਬਹਿਰ ਲੂ ਗੜਤੇ ਕਰ ਮੋਰਚੇ, ਹਤੋਂ ਸ਼ਤਰੂ ਵਿਦ ਨਾਨਾ। ਬਹਿਰ ਬਾਹਰ ਨਿਕਲ ਕੇ ਲੋਹਗੜ੍ਹ ਕਿਲੇ ਤੋਂ ਤੇ ਮੋਰਚੇ ਕਾਇਮ ਕਰ ਲਏ। ਹੁਣ ਵੀ ਕਰਦੇ ਨੇ ਫੌਜੀ ਮੋਰਚੇ। ਮੋਰਚਾ ਟੇਢਾ ਜਿਹਾ ਪੁੱਟ ਲੈਂਦੀ ਹੈ ਤੇ ਉਹਦੇ ਵਿੱਚ ਗੋਲੀ ਨਹੀਂ ਲੱਗਦੀ, ਤੀਰ ਨਹੀਂ ਲੱਗਦਾ। ਹੁਣ ਕਈ ਥਾਈਂ ਰੇਤ ਦੀਆਂ ਬੋਰੀਆਂ ਭਰ ਕੇ ਰੱਖ ਲੈਂਦੇ ਹੈ। ਕਿਤੇ ਕੁਝ ਹੋਰ ਇਹੋ ਜਿਹਾ ਨਿਸ਼ਾਨਾ ਕੰਧ ਕਰ ਲੈਂਦੇ ਆ, ਬਣਾ ਲੈਂਦੇ ਹੈ। ਹੱਤ ਹੋ ਸ਼ਤਰੂ ਵਿਦ ਨਾਨਾ, ਨਾਨਾ ਪ੍ਰਕਾਰ। ਸੋ ਇਹਨਾਂ ਸ਼ਤਰੂਆਂ ਨੂੰ ਨਾਸ਼ ਕਰਨਾ ਹੈ। ਗੋਲੀਆਂ ਨਾਲ ਵੀ ਕਰਨਾ ਹੈ, ਤੀਰ ਨਾਲ ਵੀ ਕਰਨਾ ਹੈ, ਹਾਥੀ ਤਲਵਾਰ ਨਾਲ ਵੀ ਕਰਨਾ ਹੈ, ਨੇਜਿਆਂ ਨਾਲ ਵੀ ਕਰਨਾ, ਨਾਨਾ ਪ੍ਰਕਾਰ। ਕਈ ਪ੍ਰਕਾਰ ਜਿਹੜੇ ਚੜ ਕੇ ਆਏ ਨੇ, ਜੋ ਲੈਣ ਆਏ ਨੇ ਉਹੀ ਦੇਣਾ, ਉਹੋ ਉੱਤਰ ਦੇਣਾ। ਜਿਹੋ ਜਿਹੀ ਭਾਜੀ ਕੋਈ ਲੈ ਕੇ ਆਵੇ ਨੀਂਦਾ ਉਹੋ ਜਿਹਾ ਪਾਉਣਾ ਪੈਂਦਾ ਹੈ।
ਇਸ ਪ੍ਰਕਾਰ ਸਿੰਘਾਂ ਨੇ ਸਤਿਗੁਰਾਂ ਨੇ ਸਾਵਧਾਨ ਕਰ ਦਿੱਤੇ ਹਨ। ਆਲਮ ਸਿੰਘ ਆਦ ਵੜ ਜੂਦਾ ਕਰੀ ਅਦਕ ਤਕਰਾਏ। ਇਹਦੇ ਆਲਮ ਸਿੰਘ ਆਦ ਤਥਾ ਵੱਡੇ ਯੋਧੇ ਸੂਰਮੇ ਅਦਕ ਤਕਰਾਈ ਤਗੜੀ ਤਕੜਾਈ ਇਹਨਾਂ ਨੂੰ ਕਰ ਦਿੱਤੀ। ਸਾਵਧਾਨ ਹੋ ਜੋ। ਦੂਰ ਦੂਰ ਕਰ ਮੋਰਚੇ ਬੰਦੀ ਜੈ ਬੈਠੀ ਸਮਦਾਈ। ਦੂਰ ਦੂਰ ਤੱਕ ਮੋਰਚੇ ਬੰਦੀ ਕਰਕੇ ਸਮਦਾਈ ਸਾਰੇ ਸਾਵਧਾਨ ਹੋ ਕੇ ਠੀਕ ਕਰਨ ਲੱਗੇ ਇਹਨਾਂ ਪਹਾੜੀਆਂ ਦੀ। ਇਸ ਪ੍ਰਕਾਰ ਜਿਹੜੇ ਅਜੇ ਇਹਨਾਂ ਦੀ ਤ੍ਰਿਪਤੀ ਪੂਰੀ ਨਹੀਂ ਹੋਈ, ਕੁਝ ਹੋਰ ਚਾਹੁੰਦੇ ਨੇ, ਕੁਝ ਦੇ ਦਈਏ ਇਹਨਾਂ ਦੇ ਤਾਈਂ। ਕਾਲ ਪੱਤਰ ਤੇ ਕਾਇਲ ਸੁਖ ਲੈ ਮਿਲੇ ਕਹਾਵ ਤਤਕਾਲਾ। ਸੋ ਕਵੀ ਸੰਤੋਖ ਸਿੰਘ ਜੀ ਲਿਖਦੇ ਕਿ ਸਾਲ ਪੱਤਰ ਦਾ ਇੱਕ ਬਹਾਨਾ ਹੀ ਹੈ, ਉਹ ਪਹਾੜੀਆਂ ਕੋਲ ਕਿਹੜਾ ਨਹੀਂ ਹੋਣਾ। ਘਾਇਲ ਜਿਹੜੇ ਜ਼ਖਮੀ ਹੋਏ ਸੀ, ਸੋ ਉਹ ਸਾਲ ਪੱਤਰ ਦੇ ਘਾਇਲ ਸੁਖ ਨਹਿ ਮਿਲੇ ਘਾਵ ਤਤਕਾਲ। ਸੁਖ ਲਹਿ ਲੈ ਰਹੇ ਨੇ ਗੁਰੂ ਕੇ ਸਿੱਖ ਤਾਂ, ਤੇ ਘਾਵ ਸਾਰੇ ਤਤਕਾਲ ਹੀ ਮਿਟ ਗਏ ਨੇ, ਇਸ ਪ੍ਰਕਾਰ ਖਤਮ ਹੋ ਚੁੱਕੇ ਹਨ। ਸਤਨਾਮ ਕੋ ਸਿਮਰਨ ਕਰਤੇ ਜੋ ਨਿਤ ਰੱਖੇ ਸੁਖਾਲਾ। ਅਸਲ ਹਜ਼ੂਰ ਭਾਵ ਕਵੀ ਜੀ ਕਹਿੰਦੇ ਸਤਨਾਮ ਦਾ ਸਿਮਰਨ ਜਿਹੜਾ ਸਦਾ ਹੀ ਸੁਖਾਲਾ ਰੱਖਣ ਵਾਲਾ ਹੈ, ਸਦਾ ਹੀ ਸ਼ਾਂਤੀ ਦੇਣ ਵਾਲਾ ਹੈ, ਸੁਖ ਦੇਣ ਵਾਲਾ ਹੈ। ਸਤਨਾਮ ਵਾਹਿਗੁਰੂ ਦਾ ਸਿਮਰਨ ਗੁਰੂ ਕੇ ਸਿੱਖਾਂ ਦੇ ਹਿਰਦੇ ਵਿੱਚ ਹੈ, ਨਿਤਨੇਮ ਕਰ ਲਏ ਨੇ। ਇਸ ਪ੍ਰਕਾਰ ਸਾਲ ਪੱਤਰ ਦੀ ਨਿਸ਼ਾਨਾ ਜਿਹਾ ਬਣਾ ਕੇ ਸਤਿਗੁਰਾਂ ਨੇ ਉਦਾਂ ਹੀ ਕਿਰਪਾ ਕਰ ਦਿੱਤੀ ਹੈ। ਰਾਤੋਂ ਰਾਤ ਜ਼ਖਮ ਵੀ ਠੀਕ ਹੋ ਗਏ, ਥਕੇਵਾਂ ਵੀ ਖਤਮ ਹੋ ਗਿਆ, ਦਰਦ ਵੀ ਕਿਸੇ ਨੂੰ ਨਹੀਂ। ਕਿਸ ਪ੍ਰਕਾਰ ਕਹਿੰਦੇ ਹਨ, ਐਮ ਦੋਏ ਦਿਸਤੇ ਖਾਨ ਪਾਨ ਕਰ ਜਾਮਨ ਜਵੈ ਬਿਤਾਈ। ਦੋਏ ਦਿਸਤੇ ਖਾਨ ਪਾਨ ਕਰ, ਦੋਵੇਂ ਦਿਸ਼ਾ ਪਹਾੜੀਆਂ ਵੱਲੋਂ ਵੀ ਗੁਰੂ ਕੇ ਸਿੰਘਾਂ ਵੱਲੋਂ ਵੀ ਤਿਆਰੀ ਹੋ ਚੁੱਕੀ ਹੈ। ਜਾਮਨ ਜਬ ਹੈ ਬਿਤਾਈ, ਉਹ ਜਿਹੜੀ ਰਾਤ ਪਈ ਸੀ ਉਹ ਬੀਤ ਗਈ, ਦਿਨ ਚੜ੍ਹ ਜਾਣਾ ਹੈ। ਇਸ ਚੱਕਰ ਚੱਲਿਆ ਉਹਦਾ, ਕਦੇ ਰਾਤ ਪੈ ਗਈ, ਕਦੇ ਦਿਨ ਚੜ੍ਹ ਗਿਆ, ਕਦੇ ਰਾਤ ਪੈ ਗਈ। ਇਸ ਪ੍ਰਕਾਰ ਇੱਕ ਤਾਂ ਜ਼ਿੰਦਗੀ ਦੀ ਰਾਤ, ਅਵਸਥਾ ਰੂਪੀ ਰਾਤ, ਤੇ ਕਾਲ ਰੂਪੀ ਦਿਨ ਚੜ੍ਹਨਾ। ਬਿਰਖੇ ਹੇਠ ਸਭ ਜਨ ਤੇ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਅਦੌਦ ਪਿਆ ਉਸ ਚੱਲੇ ਜਿਉਂ ਜਿਉਂ ਔਦ ਵਿਹਾਣੀ। ਆਪ ਕਰੇਂਦੜ ਸਰ ਪਰ ਮੁੱਠੇ, ਅਜਰਾਇਲ ਫੜੇ ਫੜ ਪੁੱਠੇ, ਦੋਜਕ ਪਾਏ ਸਿਰਜਣਹਾਰੇ, ਲੇਖਾ ਮੰਗੇ ਬਾਣੀਆਂ। ਸੰਗ ਨਾ ਕੋਈ ਭਈਆ ਬੇਬਾ, ਮਾਲ ਜੋਬਨ ਤਨ ਛੋੜ ਮੰਜੇਸਾ, ਕਰਨ ਕਰੀਮ ਨੂੰ ਜਾਤੋ ਕਰਤਾ, ਤਿਲ ਪੀੜੇ ਕਿਉਂ ਕਹਾਣੀਆਂ। ਖੁਸ਼ ਖੁਸ਼ ਲੈਂਦਾ ਵਸਤ ਬਰਾਈ, ਵੇਖੇ ਸੁਣੇ ਤੇਰੇ ਨਾਲ ਖੁਦਾਈ। ਦੁਨੀਆ ਲੱਭ ਪਿਆ ਖਾਤ ਅੰਦਰ, ਅਗਲੀ ਗੱਲ ਨਾ ਜਾਣੀਆਂ। ਕੀ ਹੋਵੇਗਾ ਮਰ ਮਰ ਜੰਮੇ, ਮਰੇ ਫਿਰ ਜੰਮੇ, ਪੌੜ ਸਜਾਏ ਪਿਆ ਦੇਸ਼ ਲੱਭ। ਇਹ ਗੁਰੂ ਕੀ ਬਾਣੀ ਸਿੱਖਿਆ ਦਿੰਦੀ ਹੈ। ਰੁੱਖ ਤੇ ਆ ਕੇ ਜਾਨਵਰ ਬਹਿੰਦੇ ਨੇ ਬਿਰਖੇ ਹੇਠ, ਸਭ ਜਨ ਤੇ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਇੱਕ ਤਾਂ ਮਿੱਠਾ ਬੋਲ ਬੋਲਦੇ ਨੇ, ਇੱਕ ਤੱਤੇ ਕੌੜਾ ਬੋਲਦੇ। ਅਸਤ ਹੋਇਆ ਸੂਰਜ ਜਦੋਂ ਉਦੇ ਹੁੰਦਾ, ਚੜ੍ਹਦਾ ਦਿਨ ਚੜ੍ਹਦਾ ਹੈ, ਉਹ ਸਭ ਉੱਡ ਕੇ ਚਲੇ ਜਾਂਦੇ ਨੇ। ਉਹ ਕਿਸੇ ਪਾਸੇ, ਉਹ ਕਿਸੇ ਪਾਸੇ। ਇਸ ਤਰ੍ਹਾਂ ਹੀ ਗੁਰਮੁਖੋ ਅਵਸਥਾ ਰੂਪੀ ਰਾਤ ਪਈ ਹੈ। ਆਪਾਂ ਸਾਰੇ ਸੰਸਾਰ ਤੇ ਇਕੱਠੇ ਹੋ ਕੇ ਬੈਠੇ ਹੈ, ਕੋਈ ਮਿੱਠੇ ਸੁਭਾਅ ਦੇ ਹੈ ਤੇ ਕੋਈ ਕੌੜੇ ਸੁਭਾਅ ਦੇ। ਜੋ ਕਾਲ ਦਾ ਕਾਲ ਰੂਪੀ ਦਿਨ ਚੜ੍ਹਿਆ, ਅਵਸਥਾ ਰੂਪੀ ਰਾਤ ਖਤਮ ਹੋ ਗਈ। ਕੋਈ ਨਰਕ ਭੋਗਣ, ਕੋਈ ਸਵਰਗ ਭੋਗਣ, ਕੋਈ 84 ਭੋਗਣ, ਕੋਈ ਸੱਚਖੰਡ ਨੂੰ ਚਲੇ ਜਾਣਗੇ। ਜਾਣਾ ਹੀ ਪੈਣਾ ਹੈ। ਬੇਅੰਤ ਆ ਕੇ ਚਲੇ ਗਏ। ਜਿਵੇਂ ਆ ਗਈ ਰਾਤ ਬਤੀਤ ਹੋ ਗਈ, ਫਿਰ ਦਿਨ ਚੜ੍ਹਿਆ ਹੈ। ਇਸ ਪ੍ਰਕਾਰ ਕਵੀ ਜੀ ਕਹਿੰਦੇ ਹਨ, ਪੁਸ਼ਟ ਗਰਭ ਸਿੰਘਨ ਕੇ ਉਪਜੋ ਅਤੇ ਸ਼ਤਰ ਸਮਦਾਈ। ਕਵੀ ਜੀ ਕਹਿੰਦੇ ਕੁਝ ਕੁ ਗਰਭ, ਕੁਝ ਕਮਾਨ ਸਿੰਘਾਂ ਦੇ ਮਨ 'ਚ ਉਪਜੋ ਪੈਦਾ ਹੋ ਗਿਆ ਕਿ ਸ਼ਤਰੂ ਸਮਦਾਈ ਅਸੀਂ ਮਾਰੇ ਨੇ, ਇਸ ਤਰ੍ਹਾਂ ਕੀਤਾ ਜੇ ਕੀਤਾ। ਪਰ ਹਰ ਜੀ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਭਾ ਮਾਨ ਕਿਤੇ ਵੀ ਚੰਗਾ ਨਹੀਂ ਕਰਨਾ ਚਾਹੀਦਾ। ਕਈਆਂ ਦੇ ਮਨ 'ਚ ਗੱਲ ਕੋਈ ਆ ਹੀ ਜਾਂਦੀ ਹੈ, ਪਰ ਰਸਨਾ ਤੋਂ ਨਾਮ ਹੀ ਕਹਿਣ, ਮਨ 'ਚ ਵੀ ਨਹੀਂ ਆਉਣਾ ਚਾਹੀਦਾ। ਇਸ ਪ੍ਰਕਾਰ ਆਪ ਜੀ ਕਹਿੰਦੇ ਹਨ, ਸੋ ਨਾ ਸਹਿਓ ਗੁਰ ਅਵਗੁਣ ਮਨ ਕੋ, ਜਾਗੇ ਤੋਏ ਤਿਸ ਜੂਦਾ। ਸੋ ਇਹ ਗੱਲ ਸਤਿਗੁਰਾਂ ਨੂੰ ਚੰਗੀ ਨਹੀਂ ਲੱਗੀ ਕਿ ਅਵਗੁਣ ਸਮਝਿਆ ਕਿ ਸਿੰਘੋ ਤੁਸੀਂ ਮਾਣ ਨਹੀਂ ਸੀ ਮਨ 'ਚ ਕਰਨਾ। ਸੋ ਇਸ ਪ੍ਰਕਾਰ ਦਹਿ ਦਿਸ ਜਾਗੇ ਦੋਹੀਂ ਦਿਸ ਜੋਧਾ, ਦੋਹੀਂ ਤੁਸੀਂ ਜੋਧੇ ਆਦ ਜਾਗ ਪਏ। ਮਾਣ ਹੰਕਾਰ ਤੇ ਪਹਾੜੀਆਂ ਨੂੰ ਸੀ, ਉਹਦਾ ਟੁੱਟ ਗਿਆ, ਮੂੰਹ ਦੀ ਖਾ ਗਏ ਨੇ, ਹੁਣ ਤੁਸੀਂ ਕਿਉਂ ਕਰਦੇ ਹੋ। ਇਸ ਪ੍ਰਕਾਰ ਗੁਰੂ ਕਿਰਪਾ ਦੇ ਪਾਤਰ ਬਣੇ ਰਹੋ। ਸਦਾ ਹੀ ਮੇਰਾ ਮੁਝ में कुछ नहीं, किछ नहीं जो कुछ है सो तेरा, तेरा तुझको सौंपते क्या लगे मेरा। ਆਪ ਹੀ ਮਹਾਰਾਜ ਸਭ ਕੁਛ ਕਰਵਾਉਣ ਵਾਲੇ ਹਨ। ਸ਼ੰਖ ਨਗਾਰੇ ਵਜੇ ਕਣੇ ਤਬ ਲੜਨ ਹੇਤ ਵੱਧ ਕ੍ਰੋਧਾ। ਕਿਤੇ ਸ਼ੰਖ ਦੀ ਆਵਾਜ਼ ਪੈਦਾ ਹੋਊਗੀ ਲੜਨ ਵਾਸਤੇ,
ਕਿਸੇ ਪ੍ਰਕਾਰ ਨਗਾਰੇ ਵੱਜ ਪਏ, ਤੂਤੀਆਂ ਵੱਜ ਪਈਆਂ, ਨਰਤਕੇ ਵੱਜ ਪਏ, ਰਣ ਦੀ ਜੰਗ ਦੀ ਤਿਆਰੀ ਇਸ ਪ੍ਰਕਾਰ ਹੋ ਰਹੀ ਹੈ। ਕਿਉਂਕਿ ਜੰਗ ਵੇਲੇ ਵੀ ਢੋਲ ਨਗਾਰੇ ਵੱਜਦੇ ਨੇ ਤੇ ਘੋਲ ਵੇਲੇ ਵੀ, ਕਬੱਡੀ ਵੇਲੇ ਵੀ, ਖੁਸ਼ੀਆਂ ਵੇਲੇ ਵੀ ਉਤਸ਼ਾਹ ਵਧਾਉਣ ਲਈ ਇਸ ਪ੍ਰਕਾਰ ਆਪ ਦੀ ਗਤਕਾ ਖੇਡਦੇ ਤਾਂ ਢੋਲ ਨਾਲ ਵਜਾਈ ਜਾਂਦੇ, ਉਤਸ਼ਾਹ ਵੱਧਦਾ ਹੈ। ਇਸ ਪ੍ਰਕਾਰ ਜੰਗ ਦੀ ਤਿਆਰੀ ਹੋ ਰਹੀ ਹੈ। ਇਹ ਪਹਿਲਾ ਪ੍ਰਸੰਗ ਧਿਆਏ ਇੱਥੇ ਖਤਮ ਹੋਇਆ। ਅਗਲਾ ਆਪ ਜੀ ਫਿਰ ਆਰੰਭ ਕਰਦੇ ਦੂਜੇ ਦਿਨ ਦਾ ਜੰਗ। ਕਿਵੇਂ ਤਿਆਰੀ ਕਰ ਰਹੇ ਨੇ? ਪਹਾੜੀਏ ਚੜ੍ਹ ਕੇ ਆਉਣਗੇ, ਤੋ ਸਿੰਘ ਨਹੀਂ ਚੜ੍ਹ ਕੇ ਜਾਣਗੇ, ਇਹ ਪਹਾੜੀਏ ਚੜ੍ਹ ਕੇ ਆਉਣਗੇ ਤੇ ਸਿੰਘ ਅਗੋਤਰ ਦੇਣਗੇ। ਇਹ ਜੰਗ ਕੁਝ ਕੁ ਸਮਾਨ ਰਹੇਗਾ। ਅਗਲਾ ਫਿਰ ਜੰਗ ਹੋਣਾ, ਉਹਦੇ ਵਿੱਚ ਸਿੰਘਾਂ ਦੀ ਜਿੱਤ ਹੋਵੇਗੀ। ਤੇ ਕਿਉਂਕਿ ਕੁਝ ਕੁ ਮਾਨਜੂ ਕਰ ਬੈਠੇ ਸੀ, ਸਤਿਗੁਰੂ ਨਿਰਵੈਰ ਹਨ। ਇਸ ਪ੍ਰਕਾਰ ਆਪ ਜੀ ਕਹਿੰਦੇ ਹਨ, ਦੋਹਰਾ ਸੰਗਰ ਕੋ ਉਤਸ਼ਾਹ ਔਰ ਜੋਧਾ ਬਣੇ ਸੁਚੇਤ। ਇਹ ਸੰਗਰ ਰਣ ਮੈਦਾਨ ਜੰਗ ਭਾਵ ਜਿਹੜਾ ਜੰਗ ਕਰਨਾ ਉਤਸ਼ਾਹ ਔਰ ਹਿਰਦੇ ਵਿੱਚ ਯੋਧਿਆਂ ਦੇ, ਪੈਰਾਂ ਦੇ ਨਹੀਂ ਬਣਦੀ। ਸੋ ਬਨੇ ਸੁਚੇਤ, ਸੁਚੇਤ ਹੋ ਗਏ, ਸਾਵਧਾਨ ਹੋ ਗਏ। ਇਸ ਪ੍ਰਕਾਰ ਆਪ ਜੀ ਕਹਿੰਦੇ ਹਨ, ਸੋਚਨਾਨੇ ਸਗਲ ਤਨ ਤਿਆਰੀ ਬਨ ਰਣ ਹੇਤ। ਸੋਚ ਭਾਵ ਸਰੀਰਕ ਕਿਰਿਆ ਤੇ ਇਸ਼ਨਾਨ, ਸੋ ਜਲ ਪਾਣੀ ਛਕ ਲਿਆ ਹੈ। ਤਨ ਦੀ ਸਰੀਰ ਦੀ ਤਿਆਰੀ, ਸੰਜੋਗਾਂ ਪਹਿਨ ਲਈਆਂ। ਕਿਸੇ ਨੇ ਹੁਣ ਬੁਲਟ ਪ੍ਰੂਫ ਕੋਟੀਆਂ, ਹੋਰ ਕੁਝ ਬਣ ਗਿਆ ਹੈ। ਇਸ ਪ੍ਰਕਾਰ ਇਹ ਤੇ ਨਹੀਂ ਨਾ ਸਾਹਮਣੇ ਦੁਸ਼ਮਣ ਖੜਾ ਤੇ ਜੰਗ ਕਰਦਿਆਂ ਕਰਦਿਆਂ ਕਹੀਏ ਵੀ ਭਰਾਵਾ ਮੈਨੂੰ ਇਸ਼ਨਾਨ ਕਰ ਆਉਣ ਦੇ, ਮੈਨੂੰ ਕਿਰਿਆ ਕਰ ਆਉਣ ਦੇ, ਮੈਨੂੰ ਜਲ ਛਕ ਕੇ ਆਉਣ ਦੇ। ਜੰਗ ਜੋ ਇਸ ਤਰ੍ਹਾਂ ਥੋੜਾ ਹੋਣਾ ਹੈ। ਇਸ ਪ੍ਰਕਾਰ ਪਹਿਲੋਂ ਤਿਆਰੀ ਉਹਨਾਂ ਕਰ ਲਈ ਹੈ ਦੋਹਾਂ ਧਿਰਾਂ ਨੇ। ਹੁਣ ਕਿੰਨਾ ਸਮਾਂ ਲੜਨਾ ਤੇ ਵਾਪਸ ਮੁੜਨਾ ਕਿ ਨਹੀਂ, ਇਸ ਪ੍ਰਕਾਰ ਤਿਆਰੀ ਆਦਿ ਕੀਤੀ ਹੈ। ਸੋ ਰਣ ਮੈਦਾਨ ਵਿੱਚ ਆਉਣ ਦੀ, ਜੰਗ ਲੜਨ ਦੀ, ਯੁੱਧ ਕਰਨ ਦੀ। ਜਿਵੇਂ ਆਪ ਜੀ ਕਹਿੰਦੇ ਹਨ, ਭੁਜੰਗ ਪ੍ਰਿਆਤ ਛੰਦ ਗੁਰੂ ਸਿੰਘ ਭੇਜੇ ਉਦੇ ਸਿੰਘ ਆਦਾ। ਗੁਰੂ ਸਾਹਿਬਾਂ ਨੇ ਸਿੰਘਾਂ ਵੱਲ ਭਾਵ ਸਨੇਹ ਭੇਜੇ, ਸਿੰਘਾਂ ਨੇ ਗਾਂ ਦੂਜਿਆਂ ਨੂੰ ਸਾਵਧਾਨ ਕੀਤਾ। ਗੁਰੂ ਸਿੰਘ ਭੇਜੇ, ਉਹਦੇ ਸਿੰਘ ਆਦਿਕ ਜਿਹੜੇ ਸੂਰਮੇ ਸਨ, ਗੁਰੂ ਕੇ ਸਿੱਖ, ਉਹ ਵੀ ਆਏ ਹਨ। ਵਜੇ ਧੁੰਦ ਵੀ ਤੌਸ ਤੇ ਦੀਹ ਨਾਦਾ। ਧੁੰਦ ਵੱਜੀ, ਨਗਾਰਾ ਵੱਜਾ, ਧੌਂਸੇ ਵੱਜੇ, ਭਾਵ ਨਾਦ ਸ਼ਬਦ ਵੱਜੇ। ਸੋ ਆਵਾਜ਼ਾਂ ਪੈਦਾ ਹੋਈਆਂ। ਇਸ ਪ੍ਰਕਾਰ ਆਪ ਜੀ ਕਹਿੰਦੇ ਹਨ, ਕਰੀ ਕੋਟ ਕੇ ਅਗਰ ਮੈਂ ਉਠ ਗਾਡੀ। ਕਰੀ ਕੋਟ ਕੇ ਕਿਲੇ ਦੇ ਅਗਰ ਸਾਹਮਣੇ ਕੋਟ ਗਾਢੀ, ਕੋਈ ਕੰਧ ਕੱਢ ਲਈ ਜਾਂ ਕੋਈ ਮੋਰਚਾ ਬਣਾ ਲਿਆ। ਇੰਨਾ ਕੀ ਲਿਖ ਦਿੱਤਾ ਕਵੀ ਨੇ। ਕੋਈ ਨਾ ਕੋਈ ਤਿਆਰੀ ਹੋਰ ਸਿੰਘਾਂ ਨੇ ਕੀਤੀ ਸੀ ਕਿਲੇ ਦੇ ਸਾਹਮਣੇ ਵੀ ਇਹਨਾਂ ਕਿਲੇ ਵੱਲ ਹੀ ਆਉਣਾ ਹੈ, ਤੇ ਕੋਈ ਨਾ ਕੋਈ ਮੋਰਚਾ ਬੰਦੀ, ਕੋਈ ਤਿਆਰੀ, ਕੋਈ ਕੰਧ ਕੱਢ ਲਈਏ ਜਾਂ ਕੋਈ ਹੋਰ ਕੋਈ ਇਹੋ ਜਿਹੀ ਆੜ ਬਣਾ ਲਈਏ ਜਿਹੜੇ ਓਲੇ ਹੋ ਕੇ ਇਹਨਾਂ ਨੂੰ ਜਵਾਬ ਦਿੱਤਾ ਜਾਵੇ। ਇਹ ਤਿਆਰੀ ਬੜੀ ਭਾਰੀ ਜ਼ਰੂਰੀ ਹੈ, ਹਰ ਇੱਕ ਨੂੰ ਕਰਨੀ ਚਾਹੀਦੀ ਹੈ। ਹੁਣ ਵਾਲੇ ਵੀ ਸਭ ਕਰਦੇ ਹੀ ਨੇ। ਇਸ ਪ੍ਰਕਾਰ ਆਪ ਜੀ ਲਿਖਦੇ ਹਨ, ਪ੍ਰਧਾਨਤੀ ਸਭੈ ਸਿੰਘ ਹੋਏ ਚੌਂਪ ਬਾਢੀ। ਪ੍ਰਧਾਨਤੀ ਜਿਹੜੇ ਪੈਦਲ ਚੱਲਣ ਵਾਲੇ ਸੀ ਉਹ ਵੀ ਚੌਂਕ ਬਾਢੀ ਹੋ ਗਏ, ਉਤਸ਼ਾਹ ਸ਼ਾਇਦ ਹੋ ਗਏ, ਉਸ ਓਟ ਅੰਦਰ ਆ ਗਏ। ਇਸ ਪ੍ਰਕਾਰ ਸੋ ਆਪ ਜੀ ਲਿਖਦੇ ਹਨ, ਉਤੈ ਜੀਨ ਪਾਏ ਪਹਾੜੀਨ ਸੈਨਾ। ਉਹਨਾਂ ਵੀ ਘੋੜਿਆਂ ਤੇ ਜੀਨਾਂ ਕਾਠੀਆਂ ਪਾਈਆਂ ਹੋਈਆਂ ਨੇ, ਪਹਾੜੀਆਂ ਨੇ, ਉਹਨਾਂ ਦੀ ਸੈਨਾ ਵੀ। ਸੋ ਦੂਜਿਆਂ ਦੀ ਪ੍ਰੇਰੀ ਹੋਈ। ਜਿਹੜੇ ਇੱਕ ਦੋ ਅੱਗੇ ਸਨ, ਬਹੁਤੇ ਨਹੀਂ ਸੀ ਚਾਹੁੰਦੇ, ਉਹ ਵੀ ਚੱਲੇ ਆ ਰਹੇ ਹਨ। ਤਿਆਰ ਸਾਰੇ ਚਲੇ ਜੁਦ ਐਨਾ। ਸਾਰੇ ਤਿਆਰ ਹੋ ਕੇ ਦੋਵੇਂ ਪਾਸੀਂ ਤਿਆਰੀ ਕਰੀ ਬੈਠੇ ਨੇ। ਐਨ ਸਮੇਂ ਜੁੱਧ ਆਰੰਭ ਹੋਣ ਵਾਸਤੇ ਤਿਆਰੀ ਬਣ ਗਈ ਹੈ। ਕਟੋਚੀ ਬੜੋ ਉਤਸ਼ਾਹ ਤੁਰੰਤਾ। ਕਟੋਚੀਏ ਦੇ ਮਨ 'ਚ ਬੜਾ ਉਤਸ਼ਾਹ, ਬੜੰਤ ਵਧਿਆ ਹੋਇਆ ਹੈ, ਬੜਾ ਹੰਕਾਰ ਦਾ ਭਰਿਆ ਹੋਇਆ ਹੈ। ਸੋ ਨਾਲ ਕਰਮੰਡ ਚੰਡ ਵੀ ਹੈ। ਇਸ ਆਦਿਕ ਆਪ ਜੀ ਕਹਿੰਦੇ ਹਨ, ਕਰਾ ਚੋਲ ਪਾਇਓ ਕਰੇ ਉਜਵੰਤ। ਕਰਾ ਚੌਲ ਵੱਡੀ ਤਲਵਾਰ ਸਖਤ ਤੇ ਪੱਕੀ, ਜਿਹੜੀ ਟੁੱਟ ਨਾ ਸਕੇ, ਇਹੋ ਜੀ ਕਰਾ ਚੌਲ ਪਾਇਓ ਗਰੇ ਓਜਵੰਤਾ। ਓਜ ਨਾਮ ਬਲ ਦਾ ਹੁੰਦਾ ਹੈ। ਆਪਣੇ ਡੌਲਿਆਂ 'ਚ ਬਲ ਵੀ ਬੜਾ ਹੈ, ਬੜੀ ਤਾਕਤ ਸਰੀਰ 'ਚ, ਬੜਾ ਜਵਾਨ ਹੈ, ਪਤਾ ਉਹਨੂੰ ਮਾਣ ਹੈ। ਵੱਡੀ ਕਿਰਪਾਨ ਪਾਈ, ਆਪਣੇ ਸਰੀਰ ਤੇ ਮਾਣ ਹੈ, ਬਲ ਤੇ ਮਾਣ ਹੈ। ਇਸ ਪ੍ਰਕਾਰ ਉਹ ਵੀ ਚੱਲ ਰਿਹਾ ਹੈ। ਕੱਸੀ ਢਾਲ ਕੰਧੇ ਵੱਡੀ ਮੂਲ ਕੇਰੀ। ਸੋ ਕੱਸੀ ਹੈ ਢਾਲ ਇੱਕ ਕੰਧੇ ਤੇ ਮੋਢਿਆਂ ਤੇ, ਵੱਡੀ ਮੋਲ ਕੇਰੀ, ਵੱਡੇ ਮੁੱਲ ਦੀ ਬਣੀ ਹੋਈ। ਗੈਂਡੇ ਦੇ ਚਮੜੇ ਦੀ ਹੋਵੇਗੀ ਜਾਂ ਹੋਰ ਕਿਸੇ ਦੀ ਹੋਵੇਗੀ। ਜਿਨ੍ਹਾਂ ਢਾਲਾਂ ਦੇ ਵਿੱਚੋਂ ਦੀ ਸ਼ੈਟਰ ਨਹੀਂ ਲੰਘ ਸਕਦਾ, ਗੋਲੀ ਨਹੀਂ ਲੰਘ ਸਕਦੀ, ਇਹੋ ਜਿਹੀਆਂ ਪੱਕੀਆਂ ਹੁੰਦੀਆਂ ਨੇ। ਇਸ ਪ੍ਰਕਾਰ ਸੂਰਮੇ ਦੇ ਕੋਲ ਢਾਲਾਂ ਹੁੰਦੀਆਂ, ਬੁਲਟ ਪ੍ਰੂਫ ਕੋਟੀਆਂ ਹੁਣ ਚੱਲ ਪਈਆਂ। ਉਦੋਂ ਕੋਈ ਲੋਹੇ ਦੇ ਝੁੱਲ ਹੁੰਦੇ ਸੀ, ਗਲ ਪਾ ਲੈਣੇ। ਇਸ ਪ੍ਰਕਾਰ ਟੀਨਾਂ ਦੀਆਂ ਕੁਝ ਹੁੰਦੀਆਂ ਸਨ।
ਇਸ ਪ੍ਰਕਾਰ ਤਿਆਰੀ ਕੀਤੀ, ਵੱਡੇ ਮੁੱਲ ਦੀ ਢਾਲ ਮੋਢੇ ਤੇ ਪਾ ਲਈ, ਕੰਧੇ ਤੇ ਪਾ ਲਈ ਹੈ। ਇਵੇਂ ਲਿਖਦੇ ਹਨ, ਭਰੇ ਤੀਰ ਭਾਤਾ ਪਿਖੇ ਤਾਹੇ ਬੇਰੀ। ਜਿਹੜਾ ਭੱਥਾ ਹੈ ਪਿਛਲੇ ਪਾਸੇ ਮੋਢਿਆਂ ਦੇ, ਉਹਦੇ ਵਿੱਚ ਬਹੁਤ ਭਾਰੀ ਤੀਰ ਜਿੰਨੇ ਪੈ ਸਕਦੇ ਸੀ ਓਨੇ ਪਾ ਲਏ, ਤੇ ਬੜੇ ਤਿੱਖੇ ਨੇ ਤਾਹੇ ਬੇਰੀ, ਤੇ ਤਾਹੇ ਤੱਕਿਆ ਉਹਨਾਂ ਵੱਲ ਇੱਕ ਵੇਰੀ। ਤੇ ਕਿੰਨੇ ਕੁ ਨੇ ਤੀਰ ਭੱਠੇ 'ਚ ਪਏ ਗਏ ਪਿਛਲੇ ਪਾਸੇ, ਮੈਂ ਕਿੰਨੇ ਕੁ ਚਲਾ ਸਕਦਾ, ਕਿੰਨੇ ਕੁ ਵਰਤ ਸਕਦਾ ਹੈ। ਇਸ ਤਰ੍ਹਾਂ ਦੀ ਤਿਆਰੀ ਕਰਕੇ ਉਧਰੋਂ ਯੋਧੇ ਆਪਣੇ ਮਾਨ 'ਚ ਚੱਲੇ ਹਨ। ਲਿਓ ਚੌਂਕ ਭਾਰੀ ਬੜੋ ਢੀਲ ਜਾਹੀ। ਸੋ ਕਹਿੰਦੇ ਉਸ ਮੌਕਾ ਤੋਂ ਦੇਹੋ ਚਾਪ ਭਾਰੀ। ਭਾਰੀ ਚਾਪ, ਚਾਪ ਨਾਮ ਕਮਾਨ ਦਾ ਹੈ। ਕਮਾਨ ਏਡਾ ਸਖਤਾ, ਜਿੰਨਾ ਸਖਤਾ ਹੋਵੇ ਉਨੀ ਤੰਦੀ ਵੀ ਮਜਬੂਰ ਚਾਹੀਦੀ ਹੈ। ਖਿੱਚਣ ਲੱਗਿਆ ਟੁੱਟੀ ਗਈ ਤੇ ਤੀਰ ਕਿਵੇਂ ਚੱਲੂ, ਢਿੱਲੀ ਵੀ ਨਹੀਂ ਚਾਹੀਦੀ। ਮਹਾਤਮਾ ਲਿਖਦੇ ਨੇ, ਮਨ ਜਾਂਦਾ ਤਾਂ ਜਾਣ ਦੇ, ਦ੍ਰਿੜਤਾ ਰੱਖ ਸਰੀਰ, ਤੁਲਸੀ ਸੂਸੀ ਕਮਾਨ ਕੀ ਕਬੂ ਨਾ ਨਿਕਲੇ। ਜੇ ਸੂਸੀ ਤੰਦੀ ਢਿੱਲੀ ਹੋਵੇ ਤੀਰ ਚੱਲ ਨਹੀਂ ਸਕਦਾ। ਇਹ ਸਰੀਰ ਤੇਰਾ ਕਮਾਨ ਹੈ। ਜੇ ਮਨ ਕਦੇ ਡੋਲ ਵੀ ਜਾਵੇ, ਫੁਰਨਾ ਪਾਸੇ ਚਲਿਆ ਵੀ ਜਾਵੇ, ਜੇ ਸਰੀਰ ਕਰਕੇ ਬਚਿਆ ਤੇ ਫਿਰ ਵੀ ਬਚਿਆ, ਤੀਰ ਨਹੀਂ ਚੱਲ ਸਕਦਾ। ਤੀਰ ਦੀ ਤੰਦੀ ਵੀ ਮਜ਼ਬੂਤ ਹੋਵੇ, ਤੇ ਜਿੰਨਾ ਕਮਾਨ ਦੀ ਕਮਾਨੀ ਉਹ ਲੋਹੇ ਦੀ ਸਖਤ ਹੋਵੇ, ਵੱਡੀ ਹੋਵੇ। ਉਹ ਵੀ ਤਾਂ ਤੀਰ ਹੀ ਸੀ ਜਿਹਨੂੰ ਸੀਤਾ ਚੁੱਕਿਆ ਕਰਦੀ ਸੀ, ਇੱਕ ਹੱਥ ਨਾਲ ਤੇ ਪੋਚਾ ਦੇ ਲਿਆ ਕਰਦੀ ਸੀ, ਤੇ ਕਿਸੇ ਪਾਸੋਂ ਚੁੱਕਿਆ ਨਹੀਂ ਸੀ ਜਾਂਦਾ। ਤੇ ਸ਼ਰਤ ਹੀ ਇਹੋ ਰੱਖੀ ਸੀ ਰਾਜੇ ਜਨਕ ਨੇ, ਜਿਹੜਾ ਭਾਵ ਇਹ ਤੀਰ ਚੁੱਕ ਦੇਵੇ, ਚਲਾ ਚੜਾ ਦੇਵੇ, ਉਹਦੇ ਨਾਲ ਸ਼ਾਦੀ ਹੋਵੇਗੀ। ਤੇ ਕਈਆਂ ਨੇ ਜਾ ਕੇ ਯਤਨ ਕੀਤੇ, ਕੋਈ ਸਫਲ ਨਾ ਹੋਇਆ। ਤੇ ਰਾਮਚੰਦਰ ਨੇ ਚੁੱਕਿਆ ਸੀ ਤੇ ਸੀਤਾ ਵਿਆਹੀ ਸੀ। ਇਸ ਪ੍ਰਕਾਰ ਉਹ ਵੀ ਤੀਰ ਹੀ ਸੀ ਜੋ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਨੇ ਬਹਾਨਾ ਬਣਾਇਆ ਚਲਾ ਚਲਾਉਣ ਦਾ। ਸੋ ਹਜ਼ੂਰ ਸਾਹਿਬ ਰੱਖਿਆ ਹੋਇਆ ਸੀ। ਸ਼ਸਤਰਾਂ ਦੇ ਦਿਨ ਪੂਜਾ ਦੇ ਆਏ, ਦੇਖਣ ਵਾਲੇ ਕਈ ਆਏ। ਸਤਿਗੁਰੂ ਸ਼ਸਤਰਾਂ ਦਾ ਬੜਾ ਸਤਿਕਾਰ ਕਰਿਆ ਕਰਦੇ। ਪਲੰਗੇ ਤੇ ਬਸਤਰ ਵਿਛਾ ਕੇ ਉੱਪਰ ਸ਼ਸਤਰ ਰੱਖ ਕੇ ਤੇ ਸਿੰਘ ਨੂੰ ਚੌਰ ਕਰਨ ਸ਼ਸਤਰਾਂ ਦੇ ਡਾਇਆ ਕਰਦੇ। ਚੌਰ ਤੇ ਗੁਰੂ ਗ੍ਰੰਥ ਸਾਹਿਬ ਤੇ ਹੋ ਸਕਦਾ, ਸ਼ਸਤਰਾਂ ਦੇ ਵੀ ਕਰਵਾਇਆ ਮਹਾਰਾਜ ਸਾਹਿਬ। ਬੜਾ ਮਾਣ ਦਿੱਤਾ ਸ਼ਸਤਰਾਂ ਨੂੰ। ਇਸ ਪ੍ਰਕਾਰ ਇਹ ਮੇਰੇ ਪੀਰ ਨੇ, ਇਹੀ ਮੇਰੇ ਗੁਰੂ ਨੇ ਸੀ ਝੁਕਾਇਆ ਸ਼ਸਤਰਾਂ ਨੂੰ। ਤੂੰ ਉੱਥੇ ਪਿਆ ਹੋਇਆ ਕਮਾਨ ਏਡਾ ਵੱਡਾ, ਇੰਨਾ ਜ਼ਬਰਦਸਤ, ਦੇਖਣ ਵਾਲੇ ਹੈਰਾਨ ਵੀ ਭਲਾ ਇਹਦੇ ਤੇ ਵੀ ਕੋਈ ਤੀਰ ਚਲਾ ਸਕਦਾ ਹੈ, ਇਹਨੂੰ ਵੀ ਜ਼ੋਰ ਨਾਲ ਖਿੱਚ ਸਕਦਾ ਹੈ। ਇੱਕ ਹੱਥ ਨਾਲ ਫੜਨਾ, ਦੂਜੇ ਨਾਲ ਤੰਦੀ ਜ਼ੋਰ ਨਾਲ ਖਿੱਚਣੀ, ਉਹਦਾ ਵਿੰਗ ਪੈਣਾ, ਉਹਦੇ ਝਟਕੇ ਨਾਲ ਤੀਰ ਨੇ ਚੱਲਣਾ। ਦੂਜਾ ਕਹਿੰਦਾ ਵਿਖਾਵੇ ਮਾਤਰ ਰੱਖੇ ਹੁੰਦੇ ਆ। ਏਦਾਂ ਦਾ ਸੂਰਮਾ ਕਿਹੜਾ ਅੱਜ ਕੱਲ ਇਹਨੂੰ ਚੁੱਕ ਸਕੇ, ਐਡੇ ਵੱਡੇ ਨੂੰ ਅਸੀਂ ਦੋ ਜਾਣੇ ਨਹੀਂ ਚੁੱਕ ਸਕਦੇ। ਇਹੋ ਜਿਹੀਆਂ ਗੱਲਾਂ ਅੰਤਰਜਾਮੀ ਸਤਿਗੁਰੂ ਜਾਣ ਗਏ। ਨਾਲੇ ਬਹਾਨਾ ਬਣਾਉਣਾ ਸੀ, ਜਿਹੜਾ ਵਾਰ ਤੌਲਾ ਖਾਂ ਤੇ ਗੋਲ ਖਾਂ ਨੇ ਕੀਤਾ ਸੀ, ਉਹ ਜਰਾ ਨੇ ਜ਼ਖਮ ਸੀ ਦਿੱਤਾ ਹੋਇਆ ਹੈ। ਇਸ਼ਨਾਨ ਪਾਨ ਕਰ ਲਏ ਨੇ, ਸਿੰਘਾਂ ਨੇ ਖੁਸ਼ੀਆਂ ਵਰਤ ਗਈਆਂ ਤੇ ਸਤਿਗੁਰੂ ਸਰੀਰ ਠੀਕ ਹੋ ਗਿਆ ਹੈ। ਪਰ ਸਾਹਿਬਾ ਉਹ ਤੀਰ ਚੱਕ ਕੇ ਹੱਥ ਨਾਲ ਜ਼ੋਰ ਨਾਲ ਖਿੱਚ ਕੇ ਤੀਰ ਚਲਾ ਦਿੱਤਾ। ਉਹਨਾਂ ਲੋਕਾਂ ਨੂੰ ਜਣਾ ਦਿੱਤਾ, ਨਾਲੇ ਬਹਾਨਾ ਬਣਾਇਆ। ਜ਼ਖਮ ਤੋਪੇ ਟੁੱਟ ਕੇ ਖੂਨ ਵਗਣਾ ਸ਼ੁਰੂ ਹੋ ਗਿਆ। ਸਿੰਘਾਂ ਕਿਹਾ ਇਹ ਕੀ ਕੀਤਾ? ਫਿਰ ਚਰਿਓ ਜਰਾਹ ਹਕੀਮ ਨੇ, ਫਿਰ ਜ਼ਖਮ ਚਲਾਨਾ ਮੈਂ ਸਲਵਾਇਓ ਸਤਿਗੁਰੂ ਖੁਦ ਹੀ ਬੰਦ ਰਾਖਾ, ਸਰੀਰ ਤਿਆਗਣੇ ਹਥਿਆਰਾ ਲਾਖਾ। ਏਦਾਂ ਕਵੀ ਜੀ ਲਿਖਦੇ ਨੇ। ਹੁਣ ਤੀਰ ਛੱਡਣ ਦਾ ਅਸੀਂ ਬਹਾਨਾ ਬਣਾ ਲਿਆ ਹੈ, ਹੁਣ ਜ਼ਖਮ ਨਹੀਂ ਸਲਾਉਣਾ, ਹੁਣ ਇਸੇ ਬਹਾਨੇ ਸੱਚਖੰਡ ਨੂੰ ਜਾਣਾ ਹੈ। ਏਡੇ ਏਡੇ ਵੱਡੇ ਕਮਾਨ, ਓਡੇ ਓਡੇ ਵੱਡੇ ਖਬਰਿਆਂ ਵਰਗੇ ਤੀਰ, ਜਿਹੜੇ ਰੁੱਖਾਂ 'ਚ ਵੱਜਣ ਤੇ ਰੁੱਖ ਨੂੰ ਕੱਟ ਦੇਣ। ਬੰਦਾ ਵਿਚਾਰਾ ਕੀ ਹੈ, ਪੱਥਰ 'ਚ ਲੰਘ ਜਾਣ। ਸੋ ਇਹੋ ਜਿਹੇ ਲਿਓ ਚਾਪ, ਉਹਨੇ ਆਪਣੇ ਬਲ ਅਨੁਸਾਰ ਕਮਾਨ ਭਾਰੀ। ਵੱਡੋ ਡੀਲ ਜਾਹੀ, ਜਿਹਦੀ ਆਪਣੀ ਡੀਲ ਹੀ ਵੱਡੀ ਸੀ, ਕਮਾਨ ਦੀ ਬੜੀ ਵੱਡੀ ਸੀ, ਬੜੇ ਜ਼ਬਰਦਸਤ ਜਿਹਦੀ ਤੰਦੀ ਸੀ। ਤੇ ਜਦ ਇਹੋ ਜਿਹੇ ਤੀਰ, ਜਿਨ ਕੇ ਰਸ ਨੇਮ ਦਰਾਰਨ ਕੇ ਸਭ ਸਾਗਰ ਪੈ ਅਬਲੋ ਜਗ ਮਾਹੀ, ਜਿਨ ਚਾਪਨ ਗੋਸਨ ਕੇ ਬਲ ਤੇ। ਚਾਪਨ ਗੋਸਨ ਤੀਰ ਕਮਾਨ ਨੂੰ ਕਿਹਾ। ਸਭ ਸੈਲ ਬਟੋਰ ਧਰੇ ਧਰਮਾਹੀ, ਸੈਲ ਪੱਥਰ ਬਟੋਰ ਪੁੱਟ ਕੇ ਬਾਹਾਂ ਦੇ ਬਲ ਨਾਲ ਤੀਰਾ ਅੱਗੇ ਚੜਾ ਕੇ, ਸਭ ਸੈਲ ਬਟੋਰ ਧਰੇ ਧਰਮਾਹੀ, ਧਰਤੀ ਤੇ ਇਕੱਠੇ ਕਰ ਦਿੱਤੇ। ਇਹਦੇ ਪਹਾੜਾਂ ਨੂੰ ਖੰਭ ਹੁੰਦੇ ਸੀ, ਇਹ ਉੱਡ ਜਾਇਆ ਕਰਦੇ ਸੀ। ਖੰਭ ਤੋੜ ਤੋੜ ਮੈਨਾਕ ਪਰਬਤ ਇੱਕ ਥਾਂ ਇਕੱਠਾ ਕਰ ਦਿੱਤਾ। ਇਹੋ ਜਿਹੇ ਸੂਰਮੇ ਜਿਨ੍ਹਾਂ ਦੇ ਰਥਾਂ ਦੇ ਨੇਮ ਪਹੀਆਂ ਨੇ ਧਰਤੀ ਖਵਾ ਦਿੱਤੀ, ਜਿਸ ਰਥ ਲੈ ਕੇ ਲੰਘੇ, ਬੜੇ ਬੜੇ ਦੁਨੀਆ ਤੇ ਹੋ ਚੁੱਕੇ ਨੇ।
सो जिनके रस नेम दरारन के सत सागर पै अबलो जगम अजे तक जिन चापन गोसन के बल ते सब सैल बटोर धरे तरमाही जम राज दरे जिनके बल ते सुर राज दरे जिनके बल माही मन तेजक भीतर नाहे रहे अब जौहर ले कोलो जगमाही वो दुनिया ते नहीं रह सके और किन्ने रह सकना एडे एडे बली खड़क सिंह वर्गे सूरमे ते बंदगी वाले 16 कला कृष्ण भगवान नू केसा पे पकड़ के पैरां सुट लिया करदा तेनू मार नू जी नहीं करदा तू सोहना लगदा है जे मैं तेनू मारदा मेरे सामने कौन होऊ फिर मंगता बन के सीस मंगिया ते फिर सिर दिता सी ते कहण लगे कृष्ण दी जय ते मरिया उठ के खड़ा हो गया तिस वड्डे तो कहंदा मंगता बन के सीस लैके जय कराउणा है हरे कृष्णा कहो फिर शरीर छड्डू उदों तो आरंभ होया हरे कृष्णा हरे जितिया नहीं इस प्रकार दे सूरमे धरती उपर कोटगढ़ खेती गई बजाए जो आसमाना मामनी 3 नक नत्था पाए मौत बड़ी बली राजा सुरांग आ गया जंग वेखना है कैरवा पांडवा दा कृष्ण कहता किहड़े पासे होवेगा कहता पासे नाल मैनूं वास्ता नहीं जिहदी हार हुंदी होई ना उधर हो जाना ਉਹਦੀ ਜਿੱਤ ਕਰਾ ਦੇਣੀ ਹੈ ਕਿੰਨਾ ਕੁ ਬਲ ਤੇਰੇ ਵਿੱਚ ਕਹਿੰਦਾ ਜਿਸ ਦੀ ਕੁਲ ਦੇ ਇੱਕ ਬੰਦੇ ਨੂੰ ਤੀਰ ਮਾਰੂ ਸਾਰੇ ਕੁਲ ਦੇ ਮਾਰ ਦੋ ਇੱਕੇ ਤੀਰ ਇੰਨਾ ਬਲ ਆ ਇੰਨੀ ਬੰਦਗੀ ਹੈ ਇੰਨਾ ਸੂਰਮਾ ਹੈ ਪਿੱਪਲ ਦੇ ਪੱਤੇ ਤੋੜੇ ਕੋਈ ਧਰਤੀ ਨੱਪਦੇ ਕੋਈ ਪੈਰਾਂ ਥੱਲੇ ਕੋਈ ਹੱਥ ਲੈ ਲੇ ਇੱਕ ਪੱਤੇ ਨੂੰ ਤੀਰ ਮਰਵਾਇਆ ਸਾਰੇ ਵਿੰਨੇ ਗਏ ਹਰਣਾ ਪੈ ਗਿਆ ਵੀ ਠੀਕ ਤੂੰ ਇਦਾਂ ਕਰ ਸਕਦਾ ਹੈ ਉਸ ਮੌਕਾ ਕਿਹਾ ਵੀ ਏਡਾ ਵੱਡਾ ਸੂਰਮਾ ਤੂੰ ਦਾਨੀ ਵੀ ਹੋਣਾ ਹੈ हाँ मैं दानी भी है कितों तक दान कर सकता है कहता सिर तक भी दान कर सकता कोई मंगता बने कहता फिर मैं ही मंगता मैनू दान दे सिर देन नूं तैयार है पर मैं जंग वेखना है कहते जंग तेनों विखा देनी उच्चा जा थम्मा बना के सिर वढ़ के ओहदे ते रख दिता जंग हो रहा तो सिर ललकारे मारी जाते माते मतंग जरे जर संग अनूप उतंग सुरंग सवारे कोट तरंग करंग से खुद पौन के गौन को जात नवारे पौन दी हवा नूं पिछे छड़ जाण वाले बड़े मस्त हाथियां दे मालक घोड़ियां दे मालक और हीरे जवाहरातां नाल जड़े हुए सन वो भी दुनिया तो चले गए सवैयां च बड़ा कुछ चलदा है विराग पैदा करने वाली बाणी सतगुरां उचारी है होनी नहीं तो उदों नहीं बड़े बड़े सूरमे दुनिया ते हो चुके ने एवें मान करन दी लोड़ नहीं बड़ा डील दौल है बड़ा भारी कमान है बड़े बड़े भारी तीर ने किस प्रकार होने वेखांगे तो हैरान रह जाएंगे भी ये भी कोई चला सकता है चलते रहे ने रात एडे जबरदस्त ने नेम पईयां ने धरती खवा दी दरिया वग रहे ने किस प्रकार अत कथनी नहीं एक कलगी तरदी हजूरी च उचारे बचन ने जम राज दरे जिनके बल ते धर्म राजा डरदा जिन्हां पासों सुर राज दरे जिनके बल माही सुर देवता इंद्र देवता डरदा है मन तेजक भीतर नाहे रहे दुनिया विच वो नहीं रह सके तू किन्ना क बल वाला रह सकेगा इवें आप जी कहंदे हन बली दीही बारू चलू जंग माही बली दीही बारो वारी जदों इहो जे भाव तीर कमान चों चले सो चलियो जंग माही जंग दे विच चलणगे मिलियो भीम चंद दई तीर बूला कहंदे भीम चंद आदਿਕ ਨੂੰ ਧੀਰਜ ਦਿੱਤੀ उस मौका सूरमे ने टोटिए ने घुमंड चंद ने धीर रखी हुण किस प्रकार इस तरह बोलिया है देखो युद्ध मेरो करो नाए हौला मेरा हुण युद्ध वेखी तू ते मन हौला ना करी एवें कंबी ना जाई वेखी मैं किस तरह जंग करदा किवें भाव इस तरह करूं मैं जे करूं दस रहा है रहो पीठ पै डीठ वै सैन प्रेरो हुण तू अज सैन आ ना नागरू पांगलू आदਿਕ दी ते पिठ पिछे पिछे रही तो रही पीठ पापे डीठ है सैन प्रेरो सैना नूं प्रेरदा रही उत्साह देंदा रही इन्हां नूं कहंदा रही घेर के रखी इन्हां नूं पिछले पासियों किते पछाई ना भज जाण पलावे नहीं जो तथा घेर फेरो क्योंकि कई डरदे भज जांदे पलावे नाम चले जांदा भज जांदा है पलावे नहीं जयो तथा घेर फेरो इन्हां नूं फेर के ते घेर के इस प्रकार रखी इमो पाख कै चांप आपो टंकारा अपनी चाप कमान जे टणका के वेखी है तंदी खिच के वेखी है चंगी सख्त है ढिली ते नहीं तीर वधिया चलू इस तरह कहंदे रुपईया जिवें टणका के वेखी दा शस्त्र भी वेखना पैंदा है
ਵੇਖਣਾ ਚਾਹੀਦਾ ਹੈ। ਧਰਮ ਸੰਤ ਕਹਿ ਤਥਾ ਫੇਰ ਘੇਰ ਫੇਰੋ। ਕਵੀ ਜੀ ਕਹਿੰਦੇ ਵੀ ਸੰਤ ਕੇ ਇੱਕ ਸਰੰਗ ਤੀਰ ਉਸ ਕਮਾਨ ਤੇ ਚਲਾ ਕੇ ਵੀ ਵੇਖ ਲਿਆ, ਪ੍ਰਹਾਰਾ ਮਾਰ ਕੇ ਵੀ ਵੇਖ ਲਿਆ ਕਿ ਠੀਕ ਚੱਲਦਾ ਹੈ। ਇਸ ਪ੍ਰਕਾਰ ਕਹਿੰਦੇ ਹਨ। ਇਸ ਪ੍ਰਕਾਰ ਆਪ ਜੀ ਨੇ ਜੋ ਇੱਥੇ ਕਥਨ ਕੀਤਾ ਉਹ ਆਪ ਸਰਵਣ ਕੀਤਾ ਹੈ। ਸੋ ਪ੍ਰਹਾਰਾ ਲਏ ਤੋਲ ਜੋਧਾਨ ਕੇ ਬੋਲ ਐਸੇ ਕਰੋ ਆਜ ਕਾਜੰ ਸੋ ਜਸੰ ਪਾਏ ਜੈਸੇ। ਇੱਥੇ ਬੰਦ ਪੂਰਾ ਹੁੰਦਾ ਹੈ। ਤੋਲਾ ਇਕੱਠਾ ਕਰ ਲਿਆ, ਉਹਨਾਂ ਨੂੰ ਬੋਲ ਬੋਲ ਸਮਝਾ ਲਿਆ ਕਿ ਇਹੋ ਜਿਹਾ ਕੰਮ ਅੱਜ ਕਰਨਾ ਹੈ, ਜਿਹੜੀ ਪਿਛਲੀ ਮੈਲ ਹੈ ਲਾਮਾ ਜਿਹੜਾ ਉਹ ਧੋ ਦੇਣਾ ਹੈ, ਇਸ ਤਰ੍ਹਾਂ ਜੰਗ ਜਿੱਤਣਾ, ਇਸ ਤਰ੍ਹਾਂ ਕਰਨਾ ਹੈ। ਇਹ ਹੈ ਭਾਵ ਕਵੀ ਜੀ ਨੇ ਜੋ ਲਿਖਿਆ ਹੈ। ਕੁਛ ਬੁੱਧੀ ਅਨੁਸਾਰ ਆਪ ਜੀ ਦੇ ਸਮੱਖ ਰੱਖਿਆ ਹੈ। ਗੁਰਮੁਖੋ ਕਦੇ ਵੀ ਮਾਣ ਹੰਕਾਰ ਕਿਸੇ ਗੱਲ ਦਾ ਨਹੀਂ ਕਰਨਾ, ਨਾ ਮਨ ਵਿੱਚ ਤੇ ਨਾ ਰਸਨਾ। ਭਰਾਵਾਂ ਦੇ ਸਮਾਜ ਨਾਲ ਮਿਲ ਕੇ ਚੱਲਣਾ ਤੇ ਸਦਾ ਇਹੀ ਕਹਿਣਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪਰਣਵਤ ਨਾਨਕ ਤਾਰੇ ਸੋਏ। ਇੰਨੀਆਂ ਬੇਨਤੀਆਂ ਸਵੀਕਾਰ ਕਰੋ ਤੇ ਪਿਆਰ ਨਾ ਕਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।